ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ, ਅਸੀਂ ਲੜਾਂਗੇ ਸਾਥੀ ਗੁਲਾਮ ਸਦਰਾਂ ਲਈ, ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ, ਅਸੀਂ ਲੜਾਂਗੇ ਸਾਥੀ ਗੁਲਾਮ ਸਦਰਾਂ ਲਈ, ਅਸੀਂ ਚੁਣਾਂਗੇ ਸਾਥੀ ਜ਼ਿੰਦਗੀ ਦੇ ਟੁਕੜੇ। ਹਥੌੜਾ ਹੁਣ ਵੀ ਚੱਲਦਾ ਹੈ ਉਦਾਸ ਅਹਿਰਨ ਤੇ, ਸਿਆੜ ਹੁਣ ਵੀ ਵਗਦੇ ਨੇ ਚੀਕਦੀ ਧਰਤੀ ਤੇ। ਇਹ ਕੰਮ ਸਾਡਾ ਨਹੀਂ ਬਣਦਾ, ਸਵਾਲ ਨੱਚਦਾ ਹੈ, ਸਵਾਲ ਦੇ ਮੋਹਰਾਂ ਤੇ ਚੜ ਕੇ ਅਸੀਂ ਲੜਾਂਗੇ ਸਾਥੀ, ਅਸੀਂ ਲੜਾਂਗੇ ਸਾਥੀ। ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ, ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ, ਹੱਥਾਂ ਤੇ ਪਏ ਰੱਟਣਾ ਦੀ ਕਸਮ ਖਾ ਕੇ ਅਸੀਂ ਲੜਾਂਗੇ ਸਾਥੀ। ਅਸੀਂ ਲੜਾਂਗੇ ਤਦ ਤੱਕ ਕਿ ਵੀਰੂ ਬੱਕਰੀਆਂ ਵਾਲਾ ਜਦੋਂ ਤੱਕ ਬੱਕਰੀਆਂ ਦਾ ਮੂਤ ਪੀਂਦਾ ਹੈ, ਖਿੜੇ ਹੋਏ ਸਰੋਂ ਦੇ ਫੁੱਲਾਂ ਨੂੰ ਜਦੋਂ ਤੱਕ ਵਾਹੁਣ ਵਾਲੇ ਆਪ ਨਹੀਂ ਸੁੰਘਦੇ, ਕਿ ਸੁੱਜੀਆਂ ਅੱਖੀਆਂ ਵਾਲੀ ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ ਜੰਗ ਤੋਂ ਪਰਤ ਨਹੀਂ ਆਉਂਦਾ, ਜਦੋਂ ਤੱਕ ਪੁਲਿਸ ਦੇ ਸਿਪਾਹੀ ਆਪਣੇ ਭਰਾਵਾਂ ਦਾ ਗਲਾ ਕੁੱਟਣ ਤੇ ਵੱਧ ਖਾਨ ਕਿ ਬਾਬੂ ਦਫ਼ਤਰਾਂ ਵਾਲੇ ਜਦੋਂ ਤੱਕ ਲਹੂ ਦੇ ਨਾਲ ਹਰਫ ਪਾਉਂਦੇ ਨੇ, ਅਸੀਂ ਲੜਾਂਗੇ, ਅਸੀਂ ਲੜਾਂਗੇ ਜਦ ਤੱਕ ਦੁਨੀਆ 'ਚ ਲੜਨ ਦੀ ਲੋੜ ਬਾਕੀ ਹੈ। ਜਦੋਂ ਬੰਦੂਕ ਨਾ ਹੋਏ ਉਦੋਂ ਤਲਵਾਰ ਹੋਵੇਗੀ, ਜਦੋਂ ਤਲਵਾਰ ਨਾ ਹੋਏ ਲੜਨ ਦੀ ਲਗਨ ਹੋਵੇਗੀ, ਲੜਨ ਦੀ ਜਾਂਚ ਨਾ ਹੋਈ ਲੜਨ ਦੀ ਲੋੜ ਹੋਵੇਗੀ। ਤੇ ਅਸੀਂ ਲੜਾਂਗੇ ਸਾਥੀ, ਅਸੀਂ ਲੜਾਂਗੇ ਕਿ ਲੜਨ ਤੋਂ ਬਾਝੋਂ ਕੁਝ ਵੀ ਨਹੀਂ ਮਿਲਦਾ, ਅਸੀਂ ਲੜਾਂਗੇ ਕਿ ਹਾਲੇ ਤੱਕ ਲੜੇ ਕਿਉਂ ਨਹੀਂ, ਅਸੀਂ ਲੜਾਂਗੇ ਆਪਣੀ ਸਜ਼ਾ ਕਬੂਲਣ ਲਈ, ਲੜ ਕੇ ਮਰ ਚੁੱਕਿਆਂ ਦੀ ਯਾਦ ਜਿੰਦਾ ਰੱਖਣ ਲਈ ਅਸੀਂ ਲੜਾਂਗੇ ਸਾਥੀ, ਅਸੀਂ ਲੜਾਂਗੇ। ਹਾਜ਼ਰੀਨ, ਸਮਰੱਥ ਕਵੀ ਅਵਤਾਰ ਪਾਸ਼ ਦੀ ਇਸ ਨਜ਼ਮ ਦੇ ਨਾਲ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਲੋਕ ਆਵਾਜ਼ ਵਿੱਚ ਹੀਰਾ ਰੰਧਾਵਾ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ। ਅਵਤਾਰ ਪਾਸ਼ ਇੱਕ ਜੁਝਾਰਵਾਦੀ ਕਵੀ ਹੋਇਆ ਹੈ। ਇਹ ਕਵਿਤਾ ਅੱਜ ਐਨ ਉਸ ਮੌਕੇ ਢੁਕਦੀ ਹੈ ਜਦ ਕਫਸ ਉਦਾਸ ਹੈ ਯਾਰੋ। ਇਬਰੂ ਫਾਤਮਾ 238 ਦਿਨਾਂ ਦੀ ਲੰਬੀ ਭੁੱਖ ਹੜਤਾਲ ਤੋਂ ਬਾਅਦ ਤੁਰਕੀ ਦੀ ਲਾੜਕੂ ਵਿਰੰਗਨਾ ਇਸਤਾਂਬੁਲ ਦੇ ਹਸਪਤਾਲ ਵਿੱਚ ਚੰਗੇ ਤੇ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਲਈ ਆਪਣੀ ਜਾਨ ਕੁਰਬਾਨ ਕਰ ਗਈ। ਪੂਰਾ ਤੁਰਕੀ ਅਤੇ ਦੁਨੀਆ ਦੇ ਇਨਸਾਫ ਪਸੰਦ ਲੋਕ ਉਦਾਸ ਨੇ। ਤੁਰਕੀ ਦੇ ਲੋਕਾਂ ਨੇ ਕੱਲ ਰੁਖਸ ਦੇ ਵਕਸ ਉਹਦੀ ਦੇਹ ਨੂੰ ਫੁੱਲਾਂ ਨਾਲ ਲੱਦ ਦਿੱਤਾ ਤੇ ਉਹਦੀ ਕਬਰ ਤੇ ਉਹਦਾ ਵਕਾਲਤ ਵਾਲਾ ਕੋਟ ਰੱਖ ਦਿੱਤਾ। ਬੀਬੀ ਇਬਰੂ ਦੇ ਸੁਪਨੇ ਆਕਾਸ਼ ਜਿੰਨੇ ਵਿਸ਼ਾਲ ਸਨ ਤੇ ਉਹਦੀ ਕੁਰਬਾਨੀ ਉਹਦੇ ਨਾਲੋਂ ਵੀ ਵਿਸ਼ਾਲ। ਉਹਨੇ ਆਪਣੇ ਲਈ ਪਰਬ ਤੋਂ ਭਾਰੀ ਮੌਤ ਚੁਣੀ। ਹੁਣ ਉਹ ਤੁਰਕੀ ਸਮੇਤ ਕੁੱਲ ਜਹਾਨ ਦੇ ਲੋਕਾਂ ਦੇ ਦਿਲਾਂ ਵਿੱਚ ਵਾਸ ਕਰ ਗਈ। ਇਬਰੂ 18 ਵਕੀਲਾਂ ਦੇ ਸਮੂਹ ਦੀ ਉਹ ਬੀਬੀ ਸੀ ਜਿਨ੍ਹਾਂ ਨੂੰ ਮਾਰਚ 2017 ਵਿੱਚ ਕੁਰਦਿਸ਼ ਰੈਵੋਲੂਸ਼ਨਰੀ ਫਰੰਟ ਦੇ ਮੈਂਬਰ ਹੋਣ ਦਾ ਇਲਜ਼ਾਮ ਲਾ ਕੇ ਅੱਤਵਾਦੀ ਗਰਦਾਨ ਦਿੱਤਾ ਸੀ। ਇਹ ਵਕੀਲਾਂ ਦਾ ਗਰੁੱਪ ਮਨੁੱਖੀ ਅਧਿਕਾਰਾਂ, ਧੱਕੇਸ਼ਾਹੀ, ਔਰਤਾਂ, ਗਰੀਬਾਂ ਤੇ ਹਮਾਤਰਾ ਉੱਤੇ ਹੁੰਦੇ ਅਤਿਆਚਾਰਾਂ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਸੀ। 2 ਜਨਵਰੀ 2020 ਤੋਂ ਆਪਣੇ ਸਾਥੀਆਂ ਸਮੇਤ ਇਬਰੂ 300 ਹੋਰ ਜੇਲ੍ਹਾਂ ਵਿੱਚ ਬੰਦ ਕਵੀ, ਗਾਇਕਾਂ, ਅਧਿਆਪਕਾਂ, ਵਿਦਿਆਰਥੀਆਂ, ਗਾਇਕਾਂ ਸਮੇਤ ਭੁੱਖ ਹੜਤਾਲ ਤੇ ਸੀ। ਪੂਰੀ ਦੁਨੀਆ, ਖਾਸ ਕਰਕੇ ਯੂਰਪੀਅਨ ਲਾਇਰ ਐਸੋਸੀਏਸ਼ਨ, ਵਰਲਡ ਲਾਇਰ ਐਸੋਸੀਏਸ਼ਨ ਤੇ ਦੁਨੀਆ ਦੇ ਲੋਕਾਂ ਨੇ ਇਹਨਾਂ ਲੋਕਾਂ ਦੀ ਤੁਰੰਤ ਰਿਹਾਈ ਲਈ ਆਵਾਜ਼ ਚੁੱਕੀ। ਤੁਰਕੀ ਵਿੱਚ ਮਨੁੱਖੀ ਅਧਿਕਾਰ ਕਾਰਕੁਨਾਂ, ਵਕੀਲਾਂ, ਪ੍ਰੋਫੈਸਰਾਂ, ਕਵੀਆਂ ਤੇ ਗਾਇਕਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਤੇ ਉਹਨਾਂ ਦੇ ਕੇਸਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ। ਬਿਲਕੁਲ ਉਵੇਂ ਜਿਵੇਂ ਭਾਰਤੀ ਜੇਲ੍ਹਾਂ ਵਿੱਚ ਸੁਧਾ ਭਾਰਦਵਾਜ, ਵਰਵਰਾ ਰਾਓ, ਕਫੀਲ ਖਾਨ, ਗੌਤਮਾ ਨਵਲਖਾ, ਸਾਈ ਬਾਬਾ ਵਰਗੇ ਅਨੇਕਾਂ ਲੋਕ ਕਾਰਕੁਨ ਸੜਨ ਤੇ ਮਰਨ ਲਈ ਸੁੱਟ ਦਿੱਤੇ ਗਏ ਨੇ। ਇਤਿਹਾਸ ਇਹਨਾਂ ਲੋਕਾਂ ਦੀ ਕੁਰਬਾਨੀ ਨੂੰ ਯਾਦ ਰੱਖੇਗਾ। ਮੌਜੂਦਾ ਤੁਰਕਸ਼ ਤੇ ਭਾਰਤੀ ਹੁਕਮਰਾਨਾਂ ਦਾ ਇਤਿਹਾਸ ਆਉਣ ਵਾਲੀਆਂ ਪੀੜ੍ਹੀਆਂ ਕੂੜੇਦਾਨਾਂ ਵਿੱਚ ਸੁੱਟਣਗੀਆਂ। ਬਕੌਲ ਪਾਸ਼, ਜਦੋਂ ਧਰਤੀ ਤੇ ਡੁੱਲਿਆ ਖੂਨ ਮੱਥੇ ਲਾਇਆ ਜਾਵੇਗਾ। ਅਲਵਿਦਾ ਇਬਰੂ, ਅਲਵਿਦਾ। ਬਹੁਤ ਘੱਟ ਜੁਝਾਰੂ ਲੋਕ ਹੁੰਦੇ ਨੇ ਜੋ ਇਹੋ ਜਿਹੇ
ਪ੍ਰਸ਼ੰਸਾ ਖੱਟ ਕੇ ਕਿਸ ਜਹਾਨ ਤੋਂ ਰੁਖਸਤ ਹੁੰਦੇ ਨੇ। ਹਾਜ਼ਰੀਨ, ਜਿੱਥੇ ਇਸ ਵੇਲੇ ਤੁਸੀਂ ਮੈਨੂੰ ਲਾਈਵ ਸੁਰਸਾਗਰ ਰੇਡੀਓ ਤੇ ਸੁਣ ਰਹੇ ਹੋ, ਉੱਥੇ SSTV ਤੇ ਲਾਈਵ ਵੇਖ ਰਹੇ ਹੋ। ਇਸ ਦੇ ਨਾਲ ਹੀ ਸਾਡਾ ਜਿਹੜਾ ਬੈਲ ਫਾਈਬਰ TV ਚੈਨਲ ਹੈ 823, ਇਸੇ ਤਰ੍ਹਾਂ ਰੋਜਰ TV ਚੈਨਲ 851, ਗੋਕੈਕੋ ਚੈਨਲ 106, YouTube, Facebook, ਸਾਰੇ ਥਾਂ ਤੇ ਤੁਸੀਂ ਮੈਨੂੰ ਵੇਖ ਸੁਣ ਰਹੇ ਹੋ। ਸਟੂਡੀਓ ਦੇ ਫੋਨ ਨੰਬਰ 416 741 9600, ਮੇਰਾ ਨਿੱਜੀ ਫੋਨ 416 319 0551 ਹੈ। ਕਿਸੇ ਵੀ ਤਰ੍ਹਾਂ ਦੀ ਤੁਸੀਂ ਸਾਂਝ ਜ਼ਰੂਰ ਪਾਉਣੀ ਹੈ, ਕਿਉਂਕਿ ਤੁਹਾਡੀ ਸਾਂਝ, ਤੁਹਾਡੇ ਸੁਝਾਅ ਸਾਨੂੰ ਆਕਸੀਜਨ ਦਾ ਕੰਮ ਕਰਦੇ ਨੇ। ਬਹੁਤ ਸਾਰਾ ਮਸਲਾ ਖੜਾ ਹੈ ਇਨੀ ਦਿਨੀ GTA ਖੇਤਰ ਵਿੱਚ ਵੀ। ਪਿੱਛੇ ਜੇ ਇੱਕ ਵੱਡੀ ਗੱਲ ਸਾਹਮਣੇ ਆਈ ਕਿ ਬਹੁਤ ਸਾਰੇ ਕੈਮਰੇ ਇੱਥੇ ਲੱਗੇ ਨੇ ਬਰੈਂਪਟਨ ਦੇ ਵਿੱਚ, ਕੁਝ ਇੰਟਰਸੈਕਸ਼ਨਾਂ ਵਿੱਚ, ਕੁਝ ਸੜਕਾਂ ਦੇ ਉੱਤੇ। ਇੱਥੇ ਰੇਲ ਹਸਨ ਦੇ ਉੱਤੇ ਕੈਮਰਾ ਲੱਗਾ ਸੀ। ਉਹ ਕੋਈ ਸੱਜਣ ਪੱਤਰ ਪੁਰਸ਼, ਪਤਾ ਨਹੀਂ 1 ਜਾਂ 2 ਜਾਂ 4 ਜਣੇ ਕਿੰਨਿਆਂ ਨੇ ਰਲ ਕੇ ਉਹ ਰਾਤ ਨੂੰ ਤੋੜ ਹੀ ਗਏ। ਸੋ ਇਸ ਤਰ੍ਹਾਂ ਦੀ ਜਦੋਂ ਅਸੀਂ ਕਾਨੂੰਨ ਵਰਜੀ ਕਰਾਂਗੇ ਕੈਨੇਡਾ ਦੇ ਵਿੱਚ, ਤਾਂ ਕਾਨੂੰਨ ਵੀ ਹਰਕਤ ਵਿੱਚ ਆਵੇਗਾ। ਸੋ ਅਸੀਂ ਕੈਨੇਡਾ ਨੂੰ ਕੈਨੇਡਾ ਹੀ ਰਹਿਣ ਦੀਏ, ਕਿਸੇ ਹੋਰ ਦੂਸਰੇ ਮੁਲਕ ਵਰਗਾ ਨਾ ਬਣਾਈਏ। ਅਸੀਂ ਕਾਨੂੰਨ ਨੂੰ ਜਦ ਹੱਥ ਵਿੱਚ ਲੈਂਦੇ ਹਾਂ ਤਾਂ ਬਹੁਤ ਕੁਝ ਮਾੜਾ ਵਾਪਰਦਾ ਹੈ। ਇਸ ਗੱਲ ਨੂੰ ਖਾਸ ਖਿਆਲ ਰੱਖਿਆ ਜਾਵੇ। ਔਰ ਜਿਹੜੀਆਂ ਗੱਲਾਂ ਉੱਠ ਰਹੀਆਂ ਨੇ, ਆਵਾਜ਼ਾਂ ਉੱਠ ਰਹੀਆਂ ਨੇ, ਕਾਸ਼ ਉਹ ਗਲਤ ਹੋਣ ਕਿ ਕਿਸੇ ਖਾਸ ਵਰਗ ਦੇ ਲੋਕਾਂ ਨੇ ਅਜਿਹਾ ਕੀਤਾ ਹੈ। ਸੋ ਮੇਰੀ ਬੇਨਤੀ ਹੈ ਕਿ ਜਦ ਵੀ ਕੋਈ ਕਾਨੂੰਨ ਹਰਕਤ ਵਿੱਚ ਆਉਂਦਾ ਹੈ, ਕਾਨੂੰਨ ਬਣਦਾ ਹੈ, ਤਾਂ ਉਸ ਦਾ ਜ਼ਰੂਰ ਹੀ ਪਾਲਣ ਕੀਤਾ ਜਾਵੇ, ਇਸ ਨੂੰ ਤੋੜਿਆ ਨਾ ਜਾਵੇ। ਇਨੀ ਦਿਨੀ ਰੀਅਲ ਸਟੇਟ ਬਹੁਤ ਗਰਮਾ ਗਰਮ ਹੈ, ਮਾਰਕੀਟ ਬਹੁਤ ਪੱਕੀ ਹੋਈ ਹੈ। ਤੁਸੀਂ ਜੇ ਕੋਈ ਰੀਅਲ ਸਟੇਟ ਦੀ ਟ੍ਰਾਂਜੈਕਸ਼ਨ ਕਰਨ ਦੀ, ਪ੍ਰਾਪਰਟੀ ਲੈਣ ਦੀ ਸੋਚ ਰਹੇ ਹੋ ਜਾਂ ਵੇਚਣ ਦੀ ਸੋਚ ਰਹੇ ਹੋ, ਸੋਚੋ ਨਾ, ਸਿੱਧਾ ਮੈਨੂੰ ਫੋਨ ਕਾਲ ਕਰੋ, ਮੈਂ ਤੁਰੰਤ ਤੁਹਾਡੀ ਪ੍ਰਾਪਰਟੀ ਵੇਚ ਦੇਣੀ ਹੈ ਅਤੇ ਨਵੀਂ ਤੁਹਾਨੂੰ ਵਧੀਆ ਲੈ ਦੇਣੀ ਹੈ। 416 319 0551 ਮੇਰਾ ਫੋਨ ਨੰਬਰ ਹੈ। ਇੱਕ ਬੜੀ ਵਧੀਆ ਪ੍ਰਾਪਰਟੀ ਬਰੈਂਪਟਨ ਦੇ ਹੌਟ ਏਰੀਏ ਦੇ ਵਿੱਚ ਆਈ ਹੈ ਮੇਰੇ ਕੋਲ। ਸ਼ੈਰਡਨ ਕਾਲਜ ਦੇ ਆਸੇ ਪਾਸੇ ਹੈ, ਬਿਲਕੁਲ ਲਾਗੇ ਨਾਲ ਗੁਰੂ ਘਰ ਬਿਲਕੁਲ ਲਾਗੇ ਆ, ਸਾਹਮਣੇ ਪਾਰਕ ਆ, ਨਾਲ ਹੀ ਸਪੋਰਟਸ ਪਲੈਕਸ ਆ। ਸਾਰੇ ਹਾਈਵੇ ਜਿਹੜੇ 401, 407, 410, 403 ਨੇੜੇ ਪੈਂਦੇ ਨੇ, ਸਾਰੇ ਨਾਲ ਹੀ ਪੰਜਾਬੀ ਸਟੋਰ ਨੇ ਬੜੇ ਵਧੀਆ, ਜਿੱਥੋਂ ਤੁਸੀਂ ਗਰੋਸਰੀ ਕਰ ਸਕਦੇ ਹੋ। ਇਹਦੇ ਨਾਲ ਸਾਰੀਆਂ ਫੈਸਿਲਿਟੀਜ਼ ਨੇੜੇ ਤੇੜੇ ਨੇ। ਨਾਲ ਹੀ ਸ਼ੋਪਰਸ ਵਰਡ ਦਾ ਬੱਸ ਟਰਮੀਨਲ ਆ, ਬੱਸ ਸਟੈਂਡ ਬਿਲਕੁਲ ਨਾਲ ਆ, ਸਕੂਲ ਆ ਲਾਗੇ। ਸਭ ਤੋਂ ਵੱਡੀ ਗੱਲ ਹੁੰਦੀ ਆ ਰੀਅਲ ਸਟੇਟ ਦੇ ਵਿੱਚ ਕਿ ਅਸੀਂ ਲੋਕੇਸ਼ਨ ਲੱਭਦੇ ਹਾਂ। ਲੋਕੇਸ਼ਨ ਬੜੀ ਸ਼ਾਨਦਾਰ ਹੈ। 3 ਬੈਡਰੂਮ ਦਾ ਘਰ ਹੈ। ਤੁਸੀਂ ਮੇਰੇ ਨਾਲ ਤੁਰੰਤ ਸੰਪਰਕ ਕਰ ਲਿਓ। ਬੜੇ ਵਧੀਆ ਰੇਟ ਦੇ ਉੱਤੇ ਲੱਗਾ ਹੈ, ਬੜੇ ਹਾਟ ਏਰੀਏ ਦੇ ਵਿੱਚ। 416 319 0551। ਜਿੱਥੇ ਅੱਜ ਗੱਲਾਂ ਕਰੀਏ ਮੂੰਹ 'ਤੇ ਪ੍ਰੋਗਰਾਮ ਹੋਵੇਗਾ, ਉੱਥੇ ਹਮੇਸ਼ਾ ਦੀ ਤਰ੍ਹਾਂ ਵਿਚਾਰ ਚਰਚਾ ਅਤੇ ਖਾਸ ਮੁਲਾਕਾਤ ਜਿਹੜੇ ਹਿੰਦੁਸਤਾਨ ਤੋਂ ਸਾਡੇ ਹੋਸਟ ਗੁਰਬਾਜ ਸ਼ੀਨਾ ਜੀ ਲੈ ਕੇ ਕਰਕੇ ਭੇਜਦੇ ਨੇ, ਉਹ ਤੁਹਾਡੇ ਸਾਹਮਣੇ ਨਸ਼ਰ ਕੀਤੀ ਜਾਵੇਗੀ, ਪੇਸ਼ ਕੀਤੀ ਜਾਵੇਗੀ। ਅੱਜ ਦੀ ਜਿਹੜੀ ਮੁਲਾਕਾਤ ਹੈ ਬਹੁਤ ਹੀ ਵਧੀਆ ਢੰਗ ਨਾਲ ਉਹਨਾਂ ਨੇ ਕੀਤੀ ਹੈ, ਉਹ ਤੁਹਾਡੇ ਸਾਹਮਣੇ ਜਲਦ ਹੀ ਮੈਂ ਲੈ ਕੇ ਆਵਾਂਗਾ। ਇਹਦੇ ਨਾਲ ਦੇ ਨਾਲ ਬਹੁਤ ਸਾਰੀਆਂ ਸੂਚਨਾਵਾਂ ਭਾਈਚਾਰੇ ਦੀਆਂ ਅਤੇ ਹੋਰ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਅਤੇ ਬਿਨਾਂ ਕਿਸੇ ਦੇਰੀ ਤੋਂ ਆਓ ਤੁਹਾਨੂੰ ਲੈ ਚੱਲਦਾ ਸਾਡਾ ਲਗਾਤਾਰ ਸੈਗਮੈਂਟ ਜੋ ਚੱਲ ਰਿਹਾ ਹੈ, ਗੱਲਾਂ ਕਰੀਏ ਮੂੰਹ 'ਤੇ। ਛੋਟੇ ਹੁੰਦੇ ਸਰੀਰਕ ਸਿੱਖਿਆ ਦੀ ਕਿਤਾਬ ਵਿੱਚ ਪੜ੍ਹਿਆ ਕਰਦੇ ਸੀ ਕਿ ਇੱਕ ਅਰੋਗ ਸਰੀਰ ਵਿੱਚ ਹੀ ਅਰੋਗ ਮਨ ਰਹਿ ਸਕਦਾ। ਇਸ ਕਰਕੇ ਸਾਨੂੰ ਆਪਣੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵਧੀਆ ਅਤੇ ਸੰਤੁਲਿਤ ਭੋਜਨ ਰਚ ਕੇ ਖਾਣਾ ਚਾਹੀਦਾ ਹੈ, ਕਿਉਂਕਿ ਜੇਕਰ ਸਾਡਾ ਸਰੀਰ ਠੀਕ ਤਰੀਕੇ ਨਾਲ ਕੰਮ ਕਰਦਾ ਤਾਂ ਮਨ ਵੀ ਠੀਕ ਰਹਿੰਦਾ ਹੈ। ਸਰੀਰਕ ਸਿੱਖਿਆ ਵਾਲੇ ਅਧਿਆਪਕ ਸਾਨੂੰ ਦੁੱਧ, ਪਨੀਰ ਖਾਣ ਪੀਣ ਨੂੰ, ਘਿਓ ਖਾਣ ਨੂੰ, ਅੰਡਾ ਮੀਟ ਖਾਣ ਦੀ ਨਸੀਹਤ ਕਰਦੇ ਰਹਿੰਦੇ ਸੀ, ਅਤੇ ਅਸੀਂ ਖਾਣ ਪੀਣ ਵਾਲੇ ਫੱਟੇ ਚੱਕਦੇ ਸੀ। ਜਿਵੇਂ ਵੱਡੇ ਹੋਏ, ਕਿਤਾਬਾਂ ਪੜ੍ਹੀਆਂ ਤਾਂ ਪਤਾ ਲੱਗਾ ਕਿ ਕਹਾਣੀ ਬਿਲਕੁਲ ਹੀ ਉਲਟ ਹੈ। ਇੱਕ ਅਰੋਗ ਮਨ ਵਿੱਚ ਅਰੋਗ ਸਰੀਰ ਤਾਂ ਰਹਿ ਸਕਦਾ ਹੈ। ਖੈਰ, ਤਜਰਬਾ ਕੀਤਾ। ਸਾਡੇ ਇੱਕ ਦੋਸਤ ਨੇ ਡਾਕਟਰ ਹੋਮਿਓਪੈਥੀ ਦੇ, ਉਹ ਮੈਨੂੰ ਕਹਿੰਦੇ ਕਿ ਮਰੀਜ਼ਾਂ ਦੀਆਂ ਬਿਮਾਰੀਆਂ ਤੋਂ ਮੈਂ ਬੜਾ ਕੁਝ ਸਿੱਖਿਆ। ਕਹਿੰਦੇ ਪਹਿਲਾਂ ਮਨ ਬਿਮਾਰ ਹੁੰਦਾ ਹੈ, ਫਿਰ ਤਨ ਬਿਮਾਰ ਹੁੰਦਾ ਹੈ। ਸਰੀਰ ਸਿੱਖਿਆ ਵਾਲੇ ਅਧਿਆਪਕ ਸਾਹਿਬਾਨ ਨਾਲ ਤਾਂ ਮੇਲ ਮਿਲਾਪ ਨਹੀਂ ਹੋਇਆ, ਪਰ ਪਾਠਕ ਵਰਗ ਨੂੰ ਜਾਂ ਲੋਕਾਂ ਨੂੰ ਜਿਹਦੇ ਸਾਡੀ ਗੱਲ ਸੁਣਦੇ ਨੇ ਉਹਨਾਂ ਨੂੰ
ਜਾਣੂ ਕਰਵਾ ਦੇਣਾ ਚਾਹੀਦਾ। ਇਹ ਲਾਜ਼ਮੀ ਹੈ ਕਿ ਪਹਿਲਾਂ ਕੋਈ ਵੀ ਵਿਚਾਰ ਸਾਡੇ ਮਨ ਵਿੱਚੋਂ ਪੁੱਜਦਾ, ਫਿਰ ਉਸ ਦਾ ਪ੍ਰਗਟਾਵਾ ਸਰੀਰ ਉੱਪਰ ਹੁੰਦਾ ਹੈ। ਜਿੱਥੋਂ ਤੱਕ ਵਧੀਆ ਅਤੇ ਸੰਤੁਲਿਤ ਭੋਜਨ ਦੀ ਗੱਲ ਹੈ, ਉਹ ਬਿਲਕੁਲ ਠੀਕ ਹੈ, ਪਰ ਭੋਜਨ ਦੀ ਭੁੱਖ ਮਨ ਵਿੱਚੋਂ ਪੁੱਜਦੀ ਹੈ। ਮੈਦਾ ਇੱਕ ਤਰ੍ਹਾਂ ਦਾ ਸਟੋਰ ਹੈ ਜਿਸ ਵਿੱਚ ਸਭ ਕੁਝ ਸੁੱਟੀ ਜਾਂਦੇ ਹਾਂ, ਪਰ ਸਵਾਦ ਦਾ ਸੰਬੰਧ ਤਾਂ ਮਨ ਨਾਲ ਹੈ। ਜੇਕਰ ਸਾਨੂੰ ਵਧੀਆ ਭੁੱਖ ਲੱਗੇਗੀ ਤਾਂ ਹੀ ਅਸੀਂ ਭੋਜਨ ਖਾ ਸਕਣ ਦੇ ਸਮਰੱਥ ਹੋਵਾਂਗੇ, ਪਰ ਜੇਕਰ ਸਾਨੂੰ ਭੁੱਖ ਹੀ ਨਹੀਂ ਲੱਗੀ ਤਾਂ ਅਸੀਂ ਭੋਜਨ ਕਿਵੇਂ ਕਰ ਲਵਾਂਗੇ? ਭੁੱਖ ਦਾ ਸੰਬੰਧ ਮਨ ਨਾਲ ਹੈ। ਜੇਕਰ ਮਨ ਖੁਸ਼ ਹੈ, ਚੜ੍ਹਦੀ ਕਲਾ ਵਿੱਚ ਹੈ, ਤਾਂ ਸਰੀਰ ਨੇ ਆਪੇ ਭੋਜਨ ਮੰਗ ਲੈਣਾ, ਪਰ ਜੇ ਮਨ ਹੀ ਉਦਾਸ ਹੈ, ਸੁਸਤ ਹੈ, ਕੋਈ ਤਕਲੀਫ ਹੈ, ਤਾਂ ਭੁੱਖ ਨਹੀਂ ਲੱਗਦੀ। ਉਦਾਹਰਨ ਦੇ ਤੌਰ ਤੇ ਜੇਕਰ ਤੁਸੀਂ ਕੋਈ ਰੋਟੀ ਖਾਣ ਲੱਗੇ ਹੋ, ਸਬਜ਼ੀ ਬਹੁਤ ਸਵਾਦ ਹੈ, ਤੁਹਾਨੂੰ ਭੁੱਖ ਵੀ ਬਹੁਤ ਲੱਗੀ ਆ, ਪਰ ਜੇਕਰ ਤੁਹਾਨੂੰ ਕੋਈ ਆ ਕੇ ਬੁਰੀ ਖਬਰ ਸੁਣਾ ਦੇਵੇ ਤਾਂ ਤੁਹਾਡੀ ਭੁੱਖ ਉੱਥੇ ਹੀ ਮਰ ਜਾਣੀ ਆ, ਕਿਉਂਕਿ ਤੁਹਾਡਾ ਮਨ ਉਸ ਖਬਰ ਨੂੰ ਝੱਲ ਨਹੀਂ ਸਕਿਆ। ਜਿਹੜਾ ਮਨ ਸਵਾਦ ਨਾਲ ਰੋਟੀ ਖਾ ਰਿਹਾ ਸੀ ਉਹ ਮਰ ਗਿਆ। ਇਸੇ ਤਰ੍ਹਾਂ ਕਈ ਲੋਕ ਕਹਿੰਦੇ ਆ ਕਿ ਕਾਲਜਾ ਬੜਾ ਮੱਚਦਾ ਜਾਂ ਦਿਲ ਮੱਚਦਾ, ਤੇਜ਼ਾਬ ਬਣਦਾ ਰਹਿੰਦਾ। ਜਦ ਸਵਾਲ ਕਰਦੇ ਆ ਕਿ ਭਾਈ ਕੀ ਖਾਣਾ ਪੀਣਾ, ਤਾਂ ਮਰੀਜ਼ ਅੱਗੋਂ ਜਵਾਬ ਦਿੰਦਾ, ਜੀ ਤਲੀ ਫਲੀ ਚੀਜ਼ ਛੱਡੀ ਹੋਈ ਹੈ, ਚਾਹ ਵੀ ਨਹੀਂ ਪੀਂਦੇ, ਪਾਣੀ ਵੀ ਬਹੁਤ ਪੀਂਦੇ ਆ, ਫਿਰ ਵੀ ਦਿਲ ਮੱਚਦਾ ਰਹਿੰਦਾ। ਫਿਰ ਉਹਨਾਂ ਨੂੰ ਪੁੱਛ ਲਈਦਾ, ਬਈ ਕਿਹਨੂੰ ਵੇਖ ਕੇ ਤੇਰਾ ਦਿਲ ਮੱਚਦਾ ਰਹਿੰਦਾ? ਇੱਕ ਵਾਰੀ ਦੀ ਗੱਲ ਮੈਂ ਤੁਹਾਨੂੰ ਦੱਸਦਾ ਕਿ ਉਹ ਡਾਕਟਰ ਸਾਹਿਬ ਕਹਿੰਦੇ ਕਿ ਮੇਰੇ ਕੋਲ ਇੱਕ ਔਰਤ ਆਈ ਜਿਹਦੀ ਉਮਰ 30-32 ਸਾਲ ਸੀ, ਤੇਜ਼ਾਬ ਦੀ ਦਵਾਈ ਲੈਣ ਆਈ। ਸਵਾਲ ਜਵਾਬ ਕਰਨ ਪਿੱਛੋਂ ਜਿਹੜੀ ਗੱਲ ਸਾਹਮਣੇ ਆਈ, ਉਹ ਕਹਿੰਦੀ ਜੀ ਮੇਰੇ ਘਰ ਵਾਲਾ ਤੇ ਮੇਰੀ ਜਠਾਣੀ ਦੇ ਆਪਸੀ ਸੰਬੰਧ ਨੇ, ਉਹਨਾਂ ਨੂੰ ਵੇਖ ਵੇਖ ਕੇ ਮੈਂ ਮੱਚਦੀ ਰਹਿੰਦੀ ਹਾਂ। ਬਸ ਇਹੀ ਕਾਰਨ ਸੀ ਕਿ ਉਸ ਦੇ ਤੇਜ਼ਾਬ ਬਣਦਾ ਸੀ। ਬੇਸ਼ੱਕ ਉਹਨੇ ਆਪਣਾ ਸਾਰਾ ਖਾਣਾ ਪੀਣਾ ਛੱਡ ਰੱਖਿਆ ਸੀ ਅਤੇ ਉਹ ਐਸਿਡ ਦੇ ਕੈਪਸੂਲ ਵੀ ਖਾਂਦੀ ਸੀ, ਪਰ ਉਹਦੀ ਤਕਲੀਫ ਘੱਟ ਨਹੀਂ ਸੀ ਹੋ ਰਹੀ, ਕਿਉਂਕਿ ਬਿਮਾਰੀ ਉਹਦੇ ਮਨ 'ਚ ਸੀ। ਉਹਦਾ ਸੱਚੀ ਮੁੱਚੀ ਦਿਲ ਮੱਚ ਰਿਹਾ ਸੀ। ਸੋ ਕਹਿਣ ਤੋਂ ਭਾਵ ਹੈ ਕਿ ਈਰਖਾ, ਨਫ਼ਰਤ, ਗੁੱਸਾ, ਮਨ ਦੇ ਜਜ਼ਬਾਤਾਂ ਨੂੰ ਲੱਗੀ ਠੇਸ ਕਿਵੇਂ ਨਾ ਕਿਵੇਂ ਸਰੀਰ ਉੱਪਰ ਜ਼ਰੂਰ ਝਲਕਦੀ ਹੈ। ਇਹਨਾਂ ਤੋਂ ਪਰਹੇਜ਼ ਕਰਿਆ ਕਰੋ, ਬਚ ਕੇ ਰਿਹਾ ਕਰੋ। ਇਸੇ ਤਰ੍ਹਾਂ ਖੂਨ ਦੀ ਕਮੀ ਦੇ ਰੋਗੀਆਂ ਵਿੱਚ ਜ਼ਰੂਰੀ ਨਹੀਂ ਕਿ ਕਿਸੇ ਖਾਣ ਪੀਣ ਦੀ ਘਾਟ ਜਾਂ ਸਰੀਰ ਵਿੱਚੋਂ ਖੂਨ ਦੀ ਬਹੁਤੀ ਮਾਤਰਾ ਵਿੱਚ ਨਿਕਲਣ ਕਰਕੇ ਅਨੀਮੀਆ ਹੋਇਆ ਹੋਵੇ। ਕਈ ਮਰੀਜ਼ਾਂ ਕੋਲ ਹੋਰ ਵੀ ਬਹੁਤ ਸਾਰੇ ਕਾਰਨ ਹੁੰਦੇ ਨੇ। ਉਹ ਡਾਕਟਰ ਸਾਹਿਬ, ਮੇਰੇ ਦੋਸਤ ਕਹਿੰਦੇ ਕਿ ਮੇਰੇ ਕੋਲ ਇੱਕ ਅਫਸਰ ਦੀ ਘਰ ਵਾਲੀ ਆਈ ਜੋ 1 ਸਾਲ ਤੋਂ ਦਵਾਈ ਖਾ ਰਹੀ ਸੀ। ਉਸ ਤੋਂ ਪਹਿਲਾਂ ਵੀ ਉਹਨੇ ਬੜੀਆਂ ਖੂਨ ਵਧਾਉਣ ਵਾਲੀਆਂ ਦਵਾਈਆਂ, ਗੋਲੀਆਂ ਖਾਧੀਆਂ, ਸ਼ੀਸ਼ੀਆਂ ਪੀਤੀਆਂ, ਪਰ ਉਹਦਾ ਖੂਨ ਨਹੀਂ ਸੀ ਵੱਧ ਰਿਹਾ। ਮੈਂ ਉਹਨੂੰ ਹਰ ਵਾਰੀ ਕਹਿੰਦੇ ਪੁੱਛਦਾ ਕਿ ਭਾਈ ਗੱਲ ਕੀ ਆ, ਇੰਨਾ ਚਿਰ ਹੋ ਗਿਆ, ਤੁਹਾਡਾ ਖਾਣ ਪੀਣ ਵੀ ਠੀਕ ਹੈ। ਮੈਂ ਕਈ ਵਾਰੀ ਹੱਸ ਕੇ ਉਹਨੂੰ ਪੁੱਛਿਆ ਕਿ ਤੁਹਾਡਾ ਕੋਈ ਖੂਨ ਤਾਂ ਨਹੀਂ ਪੀਂਦਾ? ਉਹ ਵਿਚਾਰੀ ਅਫਸਰ ਤੋਂ ਡਰਦੀ ਕੁਝ ਨਾ ਬੋਲਦੀ, ਪਰ ਉਹਦੀ ਚੁੱਪ ਮੈਨੂੰ ਸੋਚਣ ਲਈ ਮਜਬੂਰ ਕਰ ਦਿੰਦੀ। ਉਹ ਆਪਣੇ ਪਤੀ ਤੋਂ ਬਿਨਾਂ ਕਦੇ ਦਵਾਈ ਲੈਣ ਨਹੀਂ ਸੀ ਆਈ, ਕਹਿੰਦੇ, ਜਾਂ ਕਹਿ ਲਓ ਕਿ ਉਹਨੂੰ ਉਹਦਾ ਪਤੀ ਇਕੱਲਿਆਂ ਆਉਣ ਹੀ ਨਹੀਂ ਸੀ ਦਿੰਦਾ। ਕਹਿੰਦੇ ਇੱਕ ਦਿਨ ਜਦੋਂ ਦੋਵੇਂ ਜਣੇ ਦਵਾਈ ਲੈਣ ਆਏ ਤਾਂ ਅਫਸਰ ਸਾਹਿਬ ਨੂੰ ਕੋਈ ਜ਼ਰੂਰੀ ਫੋਨ ਆ ਗਿਆ। ਉਹ ਬਾਹਰ ਫੋਨ ਸੁਣ ਚਲੇ ਗਏ। ਕਹਿੰਦੇ ਮੈਂ ਅਫਸਰ ਦੀ ਘਰ ਵਾਲੀ ਨੂੰ ਪੁੱਛਿਆ ਕਿ ਉਹ ਜਿਹੜੀ 1 ਸਾਲ ਤੋਂ ਚੁੱਪ ਗਰੁੱਪ ਸੀਗੀ, ਉਹਨੇ ਰੋ ਰੋ ਕਹਿੰਦੇ 2.5 ਮਿੰਟ 'ਚ ਮੈਨੂੰ ਆਪਣੀ ਜੋ ਕਹਾਣੀ ਦੱਸੀ। ਕਹਿੰਦੀ ਇਹੀ ਪੀਂਦਾ ਮੇਰਾ ਲਹੂ, ਪਿੱਛੋਂ ਦਵਾਈਆਂ ਦਵਾਉਂਦਾ, ਮਾਰ ਕੇ ਪੁੱਛਦਾ ਕਿ ਸੱਟਾਂ ਕਿੱਥੇ ਕਿੱਥੇ ਲੱਗੀਆਂ ਨੇ। ਸੋ ਕਹਿਣ ਤੋਂ ਭਾਵ ਹੈ ਕਿ ਤੰਦਰੁਸਤ ਮਨ ਵਿੱਚ ਹੀ ਤੰਦਰੁਸਤ ਸਰੀਰ ਰਹਿ ਸਕਦਾ। ਕਈ ਵਾਰੀ ਅਜਿਹੇ ਖੁੱਲ੍ਹੇ ਡੁੱਲੇ ਘਰਾਂ ਵਿੱਚ ਜਾਣ ਦਾ ਮੌਕਾ ਮਿਲ ਜਾਂਦਾ ਜਿੱਥੇ ਵੱਡੇ ਵੱਡੇ ਦਰਵਾਜ਼ੇ ਹੁੰਦੇ ਨੇ, ਪਰ ਘਰ ਦਾ ਮਾਹੌਲ ਵਧੀਆ ਨਹੀਂ ਹੁੰਦਾ। ਕਈ ਘਰਾਂ ਵਿੱਚੋਂ ਤਾਂ ਆਉਣ ਨੂੰ ਜੀਅ ਨਹੀਂ ਕਰਦਾ, ਜਾਂ ਕਹਿ ਲਓ ਕਿ ਅਸੀਂ ਅਕਸਰ ਹੀ ਆਖਦੇ ਨੇ ਕਿ ਫਲਾਣੇ ਥਾਂ 'ਤੇ ਤਾਂ ਦਮ ਘੁੱਟਦਾ। ਜੇਕਰ ਘਰ ਪੀੜਾ ਹੋਵੇ ਜਾਂ ਰੋਸ਼ਨਦਾਨ ਬਾਰੀਆਂ ਘੱਟ ਹੋਣ ਤਾਂ ਗੱਲ ਵੱਖਰੀ ਆ, ਪਰ ਕਈ ਘਰਾਂ ਦਾ ਮਾਹੌਲ ਹੀ ਦਮ ਘੁੱਟਣ ਵਾਲਾ ਹੁੰਦਾ ਹੈ। ਜਿਹੜੇ ਘਰਾਂ 'ਚ ਨਿਤ ਚਰਚਾ ਕਲੇਸ਼ ਹੁੰਦਾ, ਉਸ ਦੇ ਘਰ ਕਿਵੇਂ ਸੌਖੇ ਰਹਿ ਸਕਦੇ ਨੇ ਉਹ ਜਿਹੜੇ ਜੀ ਉਸ ਘਰ ਵਿੱਚ ਹੋਣਗੇ। ਮੈਂ ਆਪਣੇ ਤਜਰਬੇ ਵਿੱਚ ਇਹ ਗੱਲ ਵੇਖੀ ਹੈ ਕਿ ਜਿੰਨੇ ਵੀ ਸਾਹ ਜਾਂ ਦਮੇ ਦੇ ਰੋਗੀ ਨੇ, ਕੁਝ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਘਰ ਦਾ ਮਾਹੌਲ ਠੀਕ ਨਹੀਂ। ਕਿਸ ਦੇ ਘਰੇ ਲੜਾਈ, ਕਿਸ ਦੇ ਘਰ ਵਾਲਾ ਲੜਾਕਾ, ਕਿਸੇ ਦੀ ਸੱਸ, ਕਿਸੇ ਦੀ ਨਹੁੰ, ਭਾਵ ਕਿ ਜਦੋਂ ਇੱਕ ਆਦਮੀ ਦੂਜੇ ਦੇ ਨੱਕ ਵਿੱਚ ਦਮ ਕਰੀ ਰੱਖੇਗਾ ਤਾਂ ਸਾਹ ਤਾਂ ਘੁੱਟੇਗਾ ਹੀ। ਇੱਕ ਪਰਿਵਾਰ ਦੇ 5 ਜੀਆਂ ਨੂੰ ਕਹਿੰਦੇ ਸਾਹ ਦੀ ਤਕਲੀਫ ਨੇ ਘੇਰਿਆ ਹੋਇਆ ਸੀ। ਉਹ ਖੇਤਾਂ 'ਚ ਰਹਿੰਦੇ ਸੀ। ਜਦ ਝੋਨੇ ਦੀ ਪਰਾਲੀ ਸੜਦੀ ਹੈ ਨਾ, ਤਾਂ ਖੇਤਾਂ 'ਚ ਰਹਿਣ ਵਾਲੇ ਜੀਆਂ ਦਾ ਜੀਣਾ ਹਰਾਮ ਹੋ ਜਾਂਦਾ, ਕਿਉਂਕਿ ਜ਼ਹਿਰੀਲੀਆਂ ਗੈਸਾਂ ਨੱਕ 'ਚ ਦਮ ਕਰ ਦਿੰਦੀਆਂ। ਕਹਿੰਦੇ ਉਹਨਾਂ 5 ਨੂੰ ਹਸਪਤਾਲ ਦਾਖਲ ਕਰਾਉਣਾ ਪੈਂਦਾ ਸੀ ਜਦੋਂ ਪਰਾਲੀ ਸੜਦੀ ਸੀ। ਕਹਿੰਦੇ ਮੈਂ ਉਹਨਾਂ ਦੇ ਘਰ ਜਾ ਕੇ ਵੇਖਿਆ, ਹੋਰ ਵੀ ਆਡੀ ਗੁਆਂਢੀ ਆਂਦੇ ਉਹਨਾਂ ਦੇ ਨਾਲ ਵੱਸਦੇ ਸੀ। ਝੋਨੇ ਦੀ ਪਰਾਲੀ ਦੀ ਅੱਗ ਦਾ ਸੇਕ, ਧੂੰਆਂ ਉਹਨਾਂ ਨੂੰ ਵੀ ਚੜ੍ਹਦਾ ਸੀ, ਪਰ ਇਹ
ਕੋਈ ਵੱਖਰੀ ਗੱਲ ਹੋਈ ਸੀ। ਇੱਕੋ ਪਰਿਵਾਰ ਦੇ 5 ਜੀਆਂ ਨੂੰ ਆਏ ਸਾਲ ਦਾਖਲ ਕਰਾਉਣਾ ਪੈਂਦਾ, ਕੋਈ ਗੱਲ ਸਮਝ ਨਹੀਂ ਆਉਂਦੀ। ਉਹਨਾਂ ਕਿਹਾ ਕਿ ਜਦੋਂ ਮੈਂ ਖੋਜ ਕੀਤੀ ਤਾਂ ਗੱਲ ਸਾਹਮਣੇ ਆਈ ਕਿ ਉਹਨਾਂ ਦੇ ਸਿਰ ਕਰਜ਼ੇ ਦੀ ਭਾਰੀ ਪੰਡ ਸੀ ਜੋ ਹਲਕੀ ਹੋਣ ਦਾ ਨਾਂ ਨਹੀਂ ਸੀ ਲੈਂਦੀ। ਸੋ ਉਸ ਕਰਜ਼ੇ ਨੇ ਉਸ ਪਰਿਵਾਰ ਦੇ ਨੱਕ 'ਚ ਦਮ ਕਰ ਰੱਖਿਆ ਸੀ, ਜਿਸ ਕਰਕੇ ਉਹਨਾਂ ਦੀ ਰੱਖਿਆ ਪ੍ਰਣਾਲੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ। ਜਦੋਂ ਤੱਕ ਉਪਰੋਕਤ ਮਨਾਂ ਦੇ ਮੇਰੇ ਮਨ ਉੱਪਰ ਗਮਾਂ ਦੀ ਪੰਡ ਹੌਲੀ ਹੁੰਦੀ ਗਈ ਤਾਂ ਬਿਮਾਰੀਆਂ ਵੀ ਖੇੜਾ ਛੱਡਦੀਆਂ ਗਈਆਂ। ਸੋ ਡਾਕਟਰ ਲੋਕ ਦਵਾਈਆਂ ਨਾਲ ਬਿਮਾਰੀ ਦੀ ਤੀਬਰਤਾ ਤਾਂ ਘਟਾ ਸਕਦੇ ਨੇ, ਪਰ ਜਿੰਨਾ ਚਿਰ ਤੱਕ ਕਾਰਨਾਂ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਬਿਮਾਰੀਆਂ ਠੀਕ ਨਹੀਂ ਹੁੰਦੀਆਂ। ਕਹਿੰਦੇ ਇਸੇ ਤਰ੍ਹਾਂ ਹੀ ਇੱਕ ਕੁੜੀ ਜਿਹਦਾ ਨਵਾਂ ਵਿਆਹ ਹੋਇਆ ਸੀ, ਉਹਨੂੰ ਬੁਖਾਰ ਰਹਿਣ ਲੱਗ ਪਿਆ ਕਿਉਂਕਿ ਉਹਦਾ ਘਰ ਵਾਲਾ ਵਿਦੇਸ਼ੀ ਸੀ ਜੋ ਵਿਆਹ ਤੋਂ ਬਾਅਦ ਸਿੱਧਾ ਹੀ ਵਿਦੇਸ਼ ਚਲਾ ਗਿਆ ਸੀ। ਉਸ ਵਿਚਾਰੀ ਨੂੰ ਸਾਲ ਤੋਂ ਉੱਪਰ ਹੋ ਗਿਆ ਸੀ, ਵੀਜ਼ਾ ਨਹੀਂ ਲੱਗ ਰਿਹਾ। ਸਾਰੇ ਡਾਕਟਰਾਂ ਦੇ ਵੱਖਰੇ ਡਾਇਗਨੋਜ਼ ਹੋਏ, ਕੋਈ ਕਹਿ ਰਿਹਾ ਸੀ ਟਾਈਫਾਈਡ ਆ, ਕੋਈ ਕੁਝ ਕਹਿ ਰਿਹਾ ਸੀ, ਕਿਸੇ ਨੇ TB ਵੀ ਬਣਾਤੀ। ਪਰ ਅਸਲ ਕਾਰਨ ਇਹ ਸੀ ਕਿ ਉਹ ਬਹੁਤ ਸੂਖਮ ਮਨ ਵਾਲੀ ਕੁੜੀ ਸੀ। ਉਹ ਆਪਣੇ ਮਨ 'ਤੇ ਗੱਲ ਲਾ ਬੈਠੀ ਸੀ ਕਿ ਉਹ ਬਾਹਰ ਜਾ ਹੀ ਨਹੀਂ ਸਕੇਗੀ, ਇਸੇ ਕਰਕੇ ਉਹਨੂੰ ਬੁਖਾਰ ਰਹਿਣ ਲੱਗ ਪਿਆ ਸੀ। ਸੋ ਇੱਕ ਪਾਕਿਸਤਾਨੀ ਗੀਤ ਦੀਆਂ 17 ਯਾਦ ਆਉਂਦੀਆਂ, ਰੋਗ ਲੱਭਾ ਨਾ ਤਬੀਬਾ ਤੈਨੂੰ ਮੇਰਾ, ਦਵਾਈਆਂ ਦੇ ਸਾੜ ਛੱਡਿਆ, ਇੱਥੇ ਚੱਲਣਾ ਨਹੀਂ ਕੋਈ ਬਸ ਤੇਰਾ, ਜਦਾਈਆਂ ਮੈਨੂੰ ਮਾਰ ਛੱਡਿਆ। ਪਰ ਕੁਝ ਪ੍ਰਣਾਲੀਆਂ, ਕੁਝ ਕਪੈਥੀਆਂ ਨੇ ਜਿਹੜੀਆਂ ਮਨ ਨੂੰ ਸਮਝ ਸਕਣ ਦੇ ਸਮਰੱਥ ਨੇ। ਹੋਮਿਓਪੈਥੀ ਵੀ ਉਹਨਾਂ ਵਿੱਚ ਕਹਿੰਦੇ ਨੇ ਕਿ ਵਧੀਆ ਆ, ਜਿਹਦੀ ਨੀਂਹ ਜਿਹੜੀ ਆ ਮਨ ਉੱਪਰ ਭੱਜੀ ਹੋਈ ਆ। ਹੋਮਿਓਪੈਥੀ ਦੇ ਬਾਨੀ ਡਾਕਟਰ ਹੈਨੀਮੈਨ ਸਾਹਿਬ ਨੇ ਮਨ ਨੂੰ ਸਮਝਣ ਦੀ ਇੰਨੀ ਤਕਨੀਕ ਬਖਸ਼ੀ ਕਿ ਮਨ ਨੂੰ ਸਮਝ ਕੇ ਕਿਸੇ ਵੀ ਬਿਮਾਰੀ ਦਾ ਹੱਲ ਕੀਤਾ ਜਾ ਸਕਦਾ। ਸੋ ਇਸ ਤਰ੍ਹਾਂ ਮਨ ਦਾ ਤਨ ਨਾਲ ਹੋਰ ਗਹਿਰਾ ਸੰਬੰਧ ਉਦੋਂ ਵੇਖਣ ਨੂੰ ਮਿਲਦਾ ਜਦੋਂ ਬੰਦਾ ਰੋਜ਼ਾਨਾ ਦੇ ਕੰਮਕਾਰਾਂ ਤੋਂ ਅੱਕ ਜਾਂਦਾ। ਇਹ ਕੇਵਾਂ ਪਾਣੀ ਥੱਕਣ ਲਈ ਮਜਬੂਰ ਕਰ ਦਿੰਦਾ। ਅੱਕਣਾ ਤੇ ਥੱਕਣਾ ਦੋਵਾਂ ਲਫ਼ਜ਼ਾਂ ਵਿੱਚ ਪਹਿਲਾਂ ਅੱਕਣ ਤੇ ਫਿਰ ਥੱਕਣ ਦਾ ਸੰਕਲਪ ਬਹੁਤ ਪੁਰਾਣਾ। ਅਸੀਂ ਕਦੀ ਵੀ ਨਹੀਂ ਪੜ੍ਹਦੇ ਸੁਣਦੇ ਕਿ ਥੱਕ ਕੇ ਅੱਕ ਗਿਆ, ਸਗੋਂ ਅੱਕ ਕੇ ਥੱਕ ਗਿਆ। ਸੋ ਪਹਿਲਾ ਪ੍ਰਭਾਵ ਮਨ 'ਤੇ ਹੀ ਪੈਂਦਾ ਹੈ, ਫਿਰ ਅੱਗੋਂ ਉਹੀ ਪ੍ਰਭਾਵ ਸਰੀਰ 'ਤੇ ਪੈਂਦਾ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਬਿਮਾਰੀਆਂ ਦਾ ਮੁੱਢ ਮਨ ਵਿੱਚੋਂ ਵੱਜਦਾ। ਜਦ ਤੱਕ ਮਨ ਨੂੰ ਠੀਕ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਰੀਰ ਠੀਕ ਨਹੀਂ ਹੋ ਸਕਦਾ। ਪ੍ਰੋਗਰਾਮ ਲੋਕ ਆਵਾਜ਼ ਵਿੱਚ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੁਲਾਕਾਤਾਂ ਦੀ ਇਸ ਲੜੀ ਤਹਿਤ ਅੱਜ ਅਸੀਂ ਪਹੁੰਚੇ ਹਾਂ ਬਹੁਤ ਹੀ ਮਹਾਨ ਸ਼ਖਸੀਅਤ ਔਰ ਪੰਜਾਬੀ ਦੇ ਬਹੁਤ ਵੱਡੇ ਵਿਦਵਾਨ ਔਰ ਬਹੁਤ ਉੱਘੇ ਅਰਥ ਸ਼ਾਸਤਰੀ, ਜਿਨ੍ਹਾਂ ਨੇ ਲੰਮਾ ਸਮਾਂ ਇਕਨੋਮਿਕਸ ਅਰਥ ਸ਼ਾਸਤਰ ਪੜ੍ਹਾਉਂਦਿਆਂ ਆਪਣੀ ਬਤੀਤ ਕੀਤਾ ਔਰ ਉਹਨਾਂ ਨੇ ਤਕਰੀਬਨ 60 ਦੇ ਕਰੀਬ ਕਿਤਾਬਾਂ ਲਿਖੀਆਂ। ਉਹਨਾਂ ਦੇ ਜਿਹੜੇ ਲੇਖ ਨੇ ਬਹੁਤ ਕੀਮਤੀ ਔਰ ਖੋਜ ਭਰਪੂਰ ਲੇਖ, ਉਹ ਅਸੀਂ ਅਕਸਰ ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ। ਮੇਰੀ ਮੁਰਾਦ ਡਾਕਟਰ ਸ਼ਰਬਜੀਤ ਸਿੰਘ ਸ਼ੀਨਾ, ਜਿਨ੍ਹਾਂ ਨੂੰ ਅਸੀਂ SS ਸ਼ੀਨਾ ਦੇ ਨਾਂ ਨਾਲ ਜਾਣਦੇ ਹਾਂ। ਅਤੇ ਸ਼ੀਨਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਧੰਨਵਾਦ। ਅਤੇ ਅਸੀਂ ਸ਼ੁਰੂਆਤੀ ਦੌਰ ਦੇ ਵਿੱਚ ਇਹ ਪੁੱਛਦੇ ਹਾਂ ਕਿ ਜਿਵੇਂ ਹੁਣ ਪੂਰਾ ਵਿਸ਼ਵ ਜਿਹੜਾ ਕਰੋਨਾ ਦੇ ਕਾਰਨ ਇੱਕ ਮੰਦੀ ਦੇ ਵੱਲ ਜਾ ਰਿਹਾ, ਅਤੇ ਭਾਰਤ ਦੀ ਜਿਹੜੀ ਇਕੋਨਮੀ ਆ, ਭਾਰਤ ਦੀ ਜਿਹੜੀ ਅਰਥ ਵਿਵਸਥਾ ਆ, ਉਹ ਕਿੱਥੇ ਕਿਸ ਵਕਤ ਸਟੈਂਡ ਕਰ ਰਹੀ ਹੈ? ਇਹ ਜਿਹੜੀ ਮਹਾਂਮਾਰੀ ਆ, ਇਹਨੇ ਸਾਰੀ ਦੁਨੀਆ ਨੂੰ ਹੀ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ, ਜਿਹਦੇ 'ਚ ਇੰਡੀਆ ਕੋਈ ਐਕਸੈਪਸ਼ਨ ਨਹੀਂ ਸੀ ਹੋ ਸਕਦੀ। ਇੰਡੀਆ ਨੇ ਵੀ ਹੋਣਾ ਹੀ ਸੀ, ਪਰ ਇੰਡੀਆ ਦੇ ਵਿੱਚ ਕੰਪੈਰੀਟਿਵਲੀ ਇੰਗਲੈਂਡ ਨਾਲੋਂ, ਜਰਮਨੀ ਨਾਲੋਂ, ਹਾਲੈਂਡ ਨਾਲੋਂ ਅਤੇ ਅਮਰੀਕਾ ਨਾਲੋਂ, ਹੋਰਨਾਂ ਦੇਸ਼ਾਂ ਨਾਲੋਂ ਥੋੜ੍ਹਾ ਜਿਹਾ ਫਰਕ ਇਹ ਆ ਕਿ ਇੰਡੀਆ ਦੀ 60% ਆਬਾਦੀ ਜਿਹੜੀ ਆ ਉਹ ਖੇਤੀਬਾੜੀ 'ਤੇ ਨਿਰਭਰ ਕਰਦੀ ਸੀ, ਅਤੇ ਖੇਤੀਬਾੜੀ ਨੂੰ ਇਹਨੇ ਜ਼ਿਆਦਾ ਪ੍ਰਭਾਵਿਤ ਨਹੀਂ ਕੀਤਾ। ਕਿਉਂਕਿ ਇਸ ਸਾਲ ਜਿਹੜੀਆਂ ਰਿਪੋਰਟਾਂ ਆਈਆਂ ਨੇ ਖਰੀਫ ਦੀਆਂ, ਜਿਹੜੀ ਹਾੜੀ ਦੀ ਫਸਲ ਹੋਈ ਹੈ ਪਿੱਛੇ, ਉਹਦੇ ਵਿੱਚ 3% ਜਿਹੜਾ ਨੀਤੀ ਆਯੋਗ ਦੇ ਮੈਂਬਰ ਨੇ ਕਿਹਾ ਆ ਕਿ 3% ਪ੍ਰੋਡਕਸ਼ਨ ਪਹਿਲਾਂ ਨਾਲੋਂ ਵੀ ਵਧੀ ਆ। ਸੋ ਖੇਤੀ 'ਤੇ ਜ਼ਿਆਦਾ ਲੋਕਾਂ ਦੀ ਨਿਰਭਰਤਾ ਹੋਣ ਕਰਕੇ ਪ੍ਰਭਾਵਿਤ ਤਾਂ ਹੋਇਆ ਭਾਰਤ, ਪਰ ਇਹ ਕਹਿ ਲਈਏ ਕਿ ਕੰਪੈਰੀਟਿਵਲੀ ਉਹਨਾਂ ਮੁਲਕਾਂ ਦੇ ਬਰਾਬਰ ਜਿਹੜੇ ਬਿਲਕੁਲ ਹੀ ਇੰਡਸਟਰੀ 'ਤੇ ਨਿਰਭਰ ਕਰਦੇ ਸਨ, ਉਹਨਾਂ ਨਾਲੋਂ ਕੁਝ ਥੋੜ੍ਹਾ ਜਿਹਾ ਘੱਟ ਹੋਇਆ। ਅਤੇ ਇਹ ਤਾਂ ਹੋ ਗਈ ਭਾਰਤ ਦੀ ਅਰਥ ਵਿਵਸਥਾ ਦੀ ਗੱਲ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਜਿਹੜੀ ਇਕੋਨਮੀ ਆ, ਉਹ ਕਿਸ ਤਰ੍ਹਾਂ ਪ੍ਰਭਾਵਿਤ ਹੋਈ ਹੈ ਜਾਂ ਕਿੰਨਾ ਕੁ ਪ੍ਰਭਾਵਿਤ? ਪੰਜਾਬ ਦੀ ਇੰਡਸਟਰੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਆ, ਕਿਉਂਕਿ ਲੁਧਿਆਣਾ ਜਿਹੜਾ ਸਭ ਤੋਂ ਵੱਡਾ ਹੱਬ ਆ ਐਕਸਪੋਰਟ ਦੀ,
ਜਿਹੜੀ ਹੌਜ਼ਰੀ ਦੀ ਤੇ ਮਸ਼ੀਨ ਦੀ ਤੇ ਸਾਈਕਲਾਂ ਦੀ ਤੇ ਹੋਰਨਾਂ ਪ੍ਰੋਡਕਟਸ ਦੀ, ਉਹਦੀ ਬਹੁਤੀ ਜ਼ਿਆਦਾ ਜਿਹੜੀ ਇੰਡਸਟਰੀ ਡਿਪੈਂਡ ਕਰਦੀ ਸੀ ਮਾਈਗਰੈਂਟ ਲੇਬਰਸ ਦੇ। ਕੋਈ 8 ਲੱਖ ਦੇ ਕਰੀਬ ਮਾਈਗਰੈਂਟ ਲੇਬਰ ਜਿਹੜੇ ਨੇ ਲੁਧਿਆਣਾ ਦੇ ਉਹਦੇ ਨਾਲ ਦਾ ਰਹਿ ਰਹੇ ਸੀ, ਜਿਹੜੇ ਸਾਰੇ ਦੇ ਸਾਰੇ ਹੀ ਮਾਰਚ ਤੇ ਅਪ੍ਰੈਲ ਦੇ ਵਿੱਚ ਇੱਥੋਂ ਛੱਡ ਕੇ ਚਲੇ ਗਏ। ਅੱਜ ਤੱਕ ਵੀ ਉਹ ਇੰਡਸਟਰੀ ਦੀ ਡਿਮਾਂਡ ਜਿਹੜੀ ਹੈ ਉਹ ਜ਼ਿਆਦਾ ਆ, ਪਰ ਉਹਨਾਂ ਦੀ ਸਪਲਾਈ ਨਹੀਂ ਹੋ ਰਹੀ ਕਿਉਂਕਿ ਉਹਨਾਂ ਕੋਲ ਉਹ ਸਕਿੱਲ ਦੇ ਲੇਬਰ ਨਹੀਂ ਮਿਲ ਰਹੇ। ਜਿਹੜੇ ਨਵੇਂ ਲੇਬਰ ਆ ਉਹਨੂੰ ਸਿਖਾਉਣ ਵੀ ਬੜਾ ਟਾਈਮ ਲੱਭਣਾ, ਨਵੇਂ ਲੇਬਰ ਦੀ ਸ਼ਾਰਟੇਜ ਵੀ ਆ, ਬਣਾ ਵੀ ਨਹੀਂ ਰਹੇ। ਸੋ ਇਸ ਢੰਗ ਦੇ ਨਾਲ ਦੂਸਰੀ ਗੱਲ ਇਹ ਵੀ ਜਦੋਂ ਲਾਕਆਊਟ ਹੋ ਜਾਂਦੀ ਹੈ, ਲਾਕਆਊਟ ਦੇ ਵਿੱਚ ਕੋਈ ਚੀਜ਼ ਬਾਹਰੋਂ ਨਹੀਂ ਆਉਂਦੀ, ਚੀਜ਼ ਬਾਹਰ ਜਾਂਦੀ ਨਹੀਂ, ਰਾ ਮਟੀਰੀਅਲ ਬਾਹਰੋਂ ਨਹੀਂ ਆਉਂਦਾ, ਚੀਜ਼ਾਂ ਵਿਕਣ ਵਾਸਤੇ ਬਾਹਰ ਨਹੀਂ ਜਾਂਦੀਆਂ। ਸੋ ਇਹਦੇ ਨਾਲ ਜਿਹੜੀ ਇਹ ਸਟੈਂਡ ਸਟਿਲ ਹੋ ਜਾਂਦਾ। ਇਹਨੂੰ ਇੱਕ ਕਹਿੰਦੇ ਮੰਦੀ ਦਾ ਯੁੱਗ। ਇਹ ਇੱਕ ਤੋਂ ਪਹਿਲੋਂ 1929 ਦੇ ਵਿੱਚ ਮਹਾਮੰਦੀ ਆਈ ਸੀ ਸਾਰੀ ਦੁਨੀਆ ਦੇ ਵਿੱਚ ਹੀ, ਪਰ ਉਸ ਮਹਾਮੰਦੀ ਦੇ ਵਿੱਚ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਸੀ ਕਿ ਤੁਸੀਂ ਆ ਜਾ ਨਹੀਂ ਸਕਦੇ, ਆਉਣ ਜਾਣ ਦੀ ਕੋਈ ਰੋਕ ਨਹੀਂ ਸੀ, ਪਰ ਇਹਦੇ 'ਤੇ ਆਉਣ ਜਾਣ ਦੀ ਵੀ ਰੋਕ ਲੱਗ ਗਈ। ਇਹਦੇ ਨਾਲ ਜਿਹੜੀ ਪੰਜਾਬ ਦੀ ਇੰਡਸਟਰੀ ਜਿਹੜੀ ਕਾਫੀ ਵੱਡੀ ਗਿਣਤੀ 'ਚ ਰੁਜ਼ਗਾਰ ਦੇ ਰਹੀ ਸੀ ਲੋਕਾਂ ਨੂੰ, ਨਾ ਸਿਰਫ ਪੰਜਾਬ ਦੇ ਲੋਕਾਂ ਨੂੰ ਸਗੋਂ ਬਾਹਰ ਦੇ ਮਾਈਗਰੈਂਟ ਲੇਬਰ ਨੂੰ ਵੀ ਦੇ ਰਹੀ ਸੀ, ਉਹ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ, ਆਮਦਨ ਘਟ ਗਈ। ਇਸੇ ਤਰ੍ਹਾਂ ਹੀ ਜਦੋਂ ਲੋਕਾਂ ਦੀ ਆਮਦਨ ਘਟੀ ਆ ਤੇ ਨੈਚੁਰਲੀ ਉਹਦੇ 'ਚ ਸਰਕਾਰ ਦੀ ਆਮਦਨ ਵੀ ਘਟਦੀ ਆ, ਐਕਸਪੋਰਟ ਦੀ ਆਮਦਨ ਵੀ ਘਟ ਗਈ। ਸੋ ਇਹ ਬੜਾ ਬੁਰਾ ਪ੍ਰਭਾਵ ਜਿਹੜਾ ਉਹ ਪੰਜਾਬ ਨੂੰ ਵੇਖਣਾ ਪਿਆ। ਤੇ ਛੀਨਾ ਸਾਹਿਬ, ਜਿਵੇਂ ਅਸੀਂ ਦੇਖਦੇ ਹਾਂ ਕਿ ਹੁਣ ਤੇ ਚਲੋ ਕਰੋਨਾ ਦੀ ਵਜ੍ਹਾ ਕਰਕੇ ਜਾਂ ਮਹਾਮਾਰੀ ਦੀ ਵਜ੍ਹਾ ਕਰਕੇ ਜਿਹੜੀ ਆ ਸਾਡੀ ਇਕੋਨਮੀ ਡਾਊਨ ਚਲੀ ਗਈ, ਪਰ ਇਹ ਤੋਂ ਪਹਿਲਾਂ ਵੀ ਜਦੋਂ ਦੀ ਇਹ ਸਰਕਾਰ ਬਣੀ ਹੈ, ਜਿਵੇਂ ਨੋਟਬੰਦੀ ਆਈ ਜਾਂ GST ਗਲਤ ਤਰੀਕੇ ਨਾਲ ਲਾਗੂ, ਤੇ ਉਹ ਕੀ ਪਹਿਲਾਂ ਵੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਤੋਂ ਬਾਅਦ ਇਹ ਸਰਕਾਰ ਨੇ ਅੱਗੇ ਕੁਝ ਕੱਢਿਆ ਕਿ ਕਰੋਨਾ ਦੀ ਸਾਰਿਆਂ ਦਾ ਕਹਿ ਲਓ ਵੀ ਕਰੋਨਾ ਦਾ ਪੋਚਾ ਵੱਜ ਗਿਆ, ਵੀ ਹੁਣ ਕਰੋਨਾ ਕਰਕੇ ਹੋ ਗਿਆ, ਕਿ ਪਹਿਲਾਂ ਜਿਹੜੀਆਂ ਨੀਤੀਆਂ ਸੀਗੀਆਂ ਉਹ ਇਕੋਨਮੀ ਨੂੰ ਬਿਹਤਰ ਬਣਾਉਣ ਵਾਲੀਆਂ ਸੀਗੀਆਂ ਕੰਪੈਰੀਟਿਵਲੀ ਡਾਕਟਰ ਮਨਮੋਹਨ ਸਿੰਘ? ਵੇਖੋ, ਜਿਹੜੀ ਇਹ ਗੱਲ ਆਮ ਚਰਚਾ ਹੁੰਦੀ ਹੈ ਕਿ ਜਿਹੜੀ ਨੋਟਬੰਦੀ ਦਾ ਕੰਮ ਬੜਾ ਗਲਤ ਹੋ ਗਿਆ, ਬੜਾ ਗਲਤ ਫੈਸਲਾ ਹੋ ਗਿਆ, ਇਹਦੇ ਬਾਰੇ ਮੇਰੀ ਓਪੀਨੀਅਨ ਵੱਖਰੀ ਆ ਜੀ। ਮੈਂ ਨੋਟਬੰਦੀ ਦੇ ਹੱਕ 'ਚ ਸੀ, ਮੈਂ ਉਹਦੇ ਮੁਤਲਕ ਇੱਕ ਆਰਟੀਕਲ ਵੀ ਲਿਖਿਆ ਸੀ ਜਿਹੜਾ ਛਪਿਆ ਵੀ ਸੀ, ਬੜਾ ਪ੍ਰਚਰਚਿਤ ਵੀ ਹੋਇਆ ਸੀ। ਨੋਟਬੰਦੀ ਹੋਣੀ ਚਾਹੀਦੀ ਸੀ। ਉਹਦੀ ਵਜ੍ਹਾ ਇਹ ਬਣ ਗਈ ਸੀ ਕਿ ਇੰਡੀਆ ਦੀ ਪ੍ਰੋਬਲਮ ਇਹ ਬਣ ਗਈ ਕਿ ਇੰਨੀ ਜ਼ਿਆਦਾ ਬਲੈਕ ਮਨੀ ਇਕੱਠੀ ਹੋ ਗਈ ਸੀ ਲੋਕਾਂ ਕੋਲ। ਇਹ ਬਲੈਕ ਮਨੀ ਦੇ ਬੜੇ ਮਾੜੇ ਅਸਰ ਹੁੰਦੇ ਆ। ਮਤਲਬ ਇੱਕ ਸਟੋਰ ਦੇ ਘਰ ਛੱਡੀ ਦੇ ਅੰਦਰ ਘਰ ਜਿਹੜੀ ਖਰਚ ਨਹੀਂ ਹੁੰਦੀ, ਉਹ ਕਿਸੇ ਦੀ ਆਮਦਨ ਨਹੀਂ ਬਣਦੀ। ਜੇ ਬਹੁਤ ਸਾਰੇ ਲੋਕ ਉਹ ਸੀ ਜਿਹੜੇ ਅਮੀਰ ਆਦਮੀ ਸੀ ਜਿਨ੍ਹਾਂ ਦੀ 95% ਆਮਦਨ ਜਿਹੜੀ ਸੀ ਉਹ ਸਟੋਰ ਹੋ ਜਾਂਦੀ ਸੀ। ਬਲੈਕ ਮਨੀ ਬਹੁਤ ਜਮ੍ਹਾਂ ਹੋ ਗਈ ਸੀ। ਜਿੰਨੀ ਬਲੈਕ ਮਨੀ ਹੋਏਗੀ ਬੜਾ ਲੰਮਾ ਵਿਸ਼ਾ ਆ, ਆਪਾਂ ਇਸ ਗੱਲ 'ਤੇ ਨਹੀਂ ਛੇੜਦੇ, ਪਰ ਉਹ ਇਕਾਨਮੀ 'ਤੇ ਬੜਾ ਮਾੜਾ ਅਸਰ ਪਾਉਂਦੀ ਆ, ਇੰਪਲਾਇਮੈਂਟ ਨੂੰ ਘਟਾਉਂਦੀ ਆ, ਉਹ ਕੀਮਤਾਂ 'ਚ ਵਾਧਾ ਕਰਦੀ ਆ, ਲੋਕਾਂ ਦੀ ਜਿਹੜੀ ਮੰਦਹਾਲੀ ਆ ਉਹਦੇ ਵਿੱਚ ਹੋਰ ਵਾਧਾ ਹੋ ਜਾਂਦਾ ਆ, ਬੇਰੁਜ਼ਗਾਰੀ ਜਿਹੜੀ ਪਹਿਲਾਂ ਬਹੁਤ ਜ਼ਿਆਦਾ ਹੋਰ ਵੱਧ ਜਾਂਦੀ ਆ। ਸੋ ਨੋਟਬੰਦੀ ਕਰਕੇ ਉਹ ਬਲੈਕ ਮਨੀ ਨੂੰ ਜੇ ਬਾਹਰ ਲੈ ਆਂਦਾ ਜਾਂਦਾ ਤੇ ਬੜਾ ਚੰਗਾ ਸੀ। ਉੱਥੇ ਗਲਤੀ ਕਿੱਥੇ ਹੋਈ ਆ? ਗਲਤੀ ਇਹ ਹੋਈ ਕਿ ਬਹੁਤ ਲੰਮਾ ਸਮਾਂ ਪੈਟਰੋਲ ਪੰਪਾਂ ਨੂੰ ਤੇ ਹਸਪਤਾਲਾਂ ਨੂੰ ਇਹ ਛੋਟ ਦੇ ਦਿੱਤੀ ਗਈ ਕਿ ਉਹ ਪੈਸੇ ਜਿਹੜੇ ਨੇ ਉਹਨਾਂ ਦੇ ਰਾਹੀਂ ਬੈਂਕਾਂ ਦੇ ਵਿੱਚ ਜਮ੍ਹਾਂ ਹੋ ਸਕਦੇ ਆ। ਸਾਰੇ ਦੇਸ਼ ਦੇ ਵਿੱਚ 2 ਲੱਖ ਤੋਂ ਜ਼ਿਆਦਾ ਪੈਟਰੋਲ ਪੰਪ ਨੇ। ਉਹਨਾਂ ਸਾਰੇ ਪੈਟਰੋਲ ਪੰਪਾਂ ਤੋਂ ਲੱਖਾਂ ਕਰੋੜਾਂ ਰੁਪਏ ਰੋਜ਼ਾਨਾ ਹੀ ਜਾ ਕੇ ਬੈਂਕਾਂ 'ਚ ਜਮ੍ਹਾਂ ਹੁੰਦੇ ਰਹੇ। ਇਹਦੇ ਕਰਕੇ ਸਗੋਂ ਬਜਾਏ ਕਿ ਇਹਦੀ ਕੋਈ ਸਫਲਤਾ ਹੁੰਦੀ, ਜਿੰਨੇ ਪੈਸੇ ਬਲੈਕ ਮਨੀ ਦੇ ਸਨ ਸਾਰੇ ਫਿਰ ਬੈਂਕਾਂ 'ਚ ਆ ਗਏ। ਅਤੇ ਇਹਦੇ ਕਰਕੇ ਗੌਰਮੈਂਟ ਦੇ ਉੱਤੇ ਇੱਕ ਸਵਾਲ ਲੱਗ ਗਿਆ ਕਿ ਇਹਦਾ ਫਾਇਦਾ ਕੀ ਹੋਇਆ? ਬਲੈਕ ਮਨੀ ਤਾਂ ਨਿਕਲੀ ਕੋਈ ਨਹੀਂ। ਆਪਾਂ ਕਦੀ ਨਹੀਂ ਕਹਿ ਸਕਦੇ ਕਿ ਬਲੈਕ ਮਨੀ ਨਹੀਂ ਸੀ ਹੈਗੀ, ਬਲੈਕ ਮਨੀ ਬਹੁਤ ਜ਼ਿਆਦਾ ਸੀ, ਪਰ ਉਹਨੂੰ ਸੈਟਲ ਨਹੀਂ ਕੀਤਾ ਗਿਆ ਠੀਕ ਢੰਗ ਦੇ ਨਾਲ। ਬਲੈਕ ਮਨੀ ਨੂੰ ਕੱਢਿਆ ਨਹੀਂ ਗਿਆ। ਬਲੈਕ ਮਨੀ ਜਿਹੜੀ ਸੀ ਉਹਨੂੰ ਵਾਈਟ ਮਨੀ ਬਣਨ ਵਾਸਤੇ ਟਾਈਮ ਦੇ ਦਿੱਤਾ ਗਿਆ, ਉਹਦੇ ਕਰਕੇ ਹੋਇਆ। ਬਾਕੀ ਰਹੀ ਗੱਲ ਤੁਹਾਡੀ GST ਦੀ, ਦੁਨੀਆ ਦੇ 140 ਦੇਸ਼ਾਂ ਦੇ ਵਿੱਚ GST ਆ। ਇੱਥੋਂ ਤੱਕ ਕਿ 28 ਜਿਹੜੇ ਯੂਰਪੀਅਨ ਯੂਨੀਅਨ ਦੇ ਦੇਸ਼ ਆ, ਉਹਨਾਂ ਜੇ ਤੁਸੀਂ ਇੱਕ ਮੁਲਕ ਦੇ ਵਿੱਚ ਟੈਕਸ ਦੇ ਦਿੱਤਾ, ਜੇ ਤੁਸੀਂ ਆਸਟਰੀਆ 'ਚ ਟੈਕਸ ਦੇ ਦਿੱਤਾ ਤਾਂ ਤੁਹਾਨੂੰ ਜਰਮਨੀ ਜਾ ਕੇ ਟੈਕਸ ਦੇਣ ਦੀ ਲੋੜ ਨਹੀਂ। ਜੇ ਤੁਸੀਂ ਫਰਾਂਸ 'ਚ ਟੈਕਸ ਦੇ ਦਿੱਤਾ ਤਾਂ ਤੁਹਾਨੂੰ ਹੰਗਰੀ ਜਾ ਕੇ ਟੈਕਸ ਦੇਣ ਦੀ ਲੋੜ ਨਹੀਂ, ਤੁਹਾਨੂੰ ਗ੍ਰੀਸ 'ਚ ਜਾ ਕੇ ਟੈਕਸ ਦੇਣ ਦੀ ਲੋੜ ਨਹੀਂ, ਰੋਮਾਨੀਆ ਜਾ ਕੇ ਟੈਕਸ ਦੇਣ ਦੀ ਲੋੜ ਨਹੀਂ। ਇੱਕ ਟੈਕਸ 28 ਮੁਲਕਾਂ 'ਚ ਇੱਕ ਟੈਕਸ। ਇੱਥੇ ਇਹਨਾਂ ਨੇ ਟੈਕਸ ਵਾਲਾ ਕੰਮ ਤਾਂ ਚਾਹੀਦਾ, ਇੱਕ ਮੁਲਕ ਦੇ ਵਿੱਚ ਟੈਕਸ ਤਾਂ ਇੱਕ ਹੀ ਚਾਹੀਦਾ। ਇਹ ਨਹੀਂ ਅੱਜ ਉਹ ਟੈਕਸ ਦੇ ਦਿਓ, ਕੱਲ੍ਹ ਉਹ ਟੈਕਸ ਦੇ ਦਿਓ, ਇਹ ਨਹੀਂ ਚਾਹੀਦਾ। ਪਰ ਉਹਦੇ 'ਚ ਇਹ ਆ ਕਿ ਟੈਕਸ ਦਾ ਰੇਟ ਜਿਹੜਾ ਨਾ ਉਹ 5% ਜਿਸ ਤਰ੍ਹਾਂ ਉਹਨਾਂ ਦੇਸ਼ਾਂ 'ਚ ਇੰਨਾ ਕੁ ਚਾਹੀਦਾ। ਇੱਥੇ ਕਿਤੇ 28% ਦੀ ਸਲੈਬ ਆ, ਕਿਤੇ 14-18% ਦੀ ਆ, ਕਿਤੇ 14% ਦੀ ਸਲੈਬ ਆ। ਕੁਝ ਚੀਜ਼ਾਂ ਐਗਜ਼ੈਂਪਟ ਵੀ ਨੇ ਟੈਕਸ ਤੋਂ। ਸੋ ਟੈਕਸ ਦਾ ਇੱਕ ਰੇਟ, ਉਹਨਾਂ ਕੰਟਰੀਆਂ ਦੀ ਸਫਲਤਾ ਦਾ ਰਾਜ ਇਹ ਆ। ਵਨ ਨੇਸ਼ਨ ਵਨ ਟੈਕਸ ਦੇ ਰਾਜ ਇਹ ਆ ਕਿ ਉਹਨਾਂ 'ਚ ਇੱਕ ਟੈਕਸ ਆ ਅਤੇ ਟੈਕਸ ਦੀ ਦਰ ਬੜੀ ਥੋੜ੍ਹੀ ਆ। ਇੰਡੀਆ ਦੀਆਂ ਆਪਣੀਆਂ ਮਜਬੂਰੀਆਂ ਨੇ। ਇੰਡੀਆ 'ਚ ਟੈਕਸ ਪੇਅਰ ਜਿਹੜੇ ਡਾਇਰੈਕਟ ਟੈਕਸ ਪੇਅਰ ਨੇ ਬਹੁਤ ਥੋੜ੍ਹੇ ਨੇ। 1.5 ਕਰੋੜ ਬੰਦਾ ਸਿਰਫ ਟੈਕਸ ਦੇ ਰਿਹਾ ਆ।
130 ਕਰੋੜ ਬੰਦੇ ਚੋਂ 1.5 ਕਰੋੜ ਬੰਦਾ ਟੈਕਸ ਦੇਣ ਵਾਲਾ, ਬਾਕੀ ਟੈਕਸ ਡਾਇਰੈਕਟ ਟੈਕਸ ਦੀ ਮੈਂ ਗੱਲ ਕਰਨਾ, ਨਹੀਂ ਦੇਣ ਵਾਲੇ। ਸੋ ਇੱਥੇ ਪ੍ਰੋਬਲਮ ਇਹ ਆ ਜਾਂਦੀ ਆ ਕਿ ਇਹਨਾਂ ਨੂੰ ਟੈਕਸ ਇਕੱਠਾ ਕਰਨ ਵਾਸਤੇ, ਸਰਕਾਰ ਦੀ ਆਮਦਨ ਇਕੱਠੀ ਕਰਨ ਵਾਸਤੇ 28% ਜਿਹੜਾ ਬਹੁਤ ਵੱਡਾ ਅਮਾਊਂਟ ਹੈ ਟੈਕਸ ਦਾ ਲਾਉਣਾ ਪੈਂਦਾ ਆ। ਸੋ ਇਹਨਾਂ ਗਲਤੀਆਂ 'ਚ ਹੋਈਆਂ। ਸੋ ਮੇਰੇ ਜਾਤੀ ਓਪੀਨੀਅਨ ਹੈ, ਮੈਂ ਹੋ ਸਕਦਾ ਇਹ 'ਚ ਤੁਹਾਡੀਆਂ ਰਾਏ ਵੱਖਰੀ ਵੀ ਹੋਏਗੀ, ਨਾ ਦੇ ਨੋਟਬੰਦੀ ਦਾ ਕੰਮ ਗਲਤ ਸੀ, ਨਾ GST ਦਾ ਕੰਮ ਗਲਤ ਸੀ, ਉਹਨੂੰ ਹੈਂਡਲ ਕਰਨ ਦਾ ਕੰਮ ਜਿਹੜਾ ਉਹ ਗਲਤ ਹੋਇਆ ਆ। ਉੱਥੇ ਸੁਧਾਰ ਹੋਣਾ ਚਾਹੀਦਾ ਸੀ। ਉਹ ਮੌਕਾ ਹੀ ਨਹੀਂ ਸੀ ਦੇਣਾ ਚਾਹੀਦਾ ਕਿ ਬਲੈਕ ਮਨੀ, ਇਹਨੂੰ ਪਹਿਲਾਂ ਵੀ ਬਲੈਕ ਮਨੀ ਵਾਸਤੇ 1977 'ਚ ਵੀ ਕੀਤਾ ਗਿਆ, ਉਦੋਂ ਪਹਿਲਾਂ ਵੀ ਕੀਤਾ ਗਿਆ, ਅਤੇ ਇਸ ਤਰ੍ਹਾਂ ਦਾ ਕਦੀ ਨਹੀਂ ਹੋਇਆ। ਬਹੁਤ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਸੀ ਉਹ ਬਲੈਕ ਮਨੀ ਦਾ ਬਾਹਰ ਆਇਆ, ਜਿਹੜਾ ਲੋਕਾਂ ਦੇ ਕੰਮ ਆਇਆ, ਬਾਅਦ ਦੇ ਵਿੱਚ ਇਨਵੈਸਟਮੈਂਟ ਹੋਈ, ਉਹਦੇ ਤੋਂ ਐਮਪਲੋਇਮੈਂਟ ਜਨਰੇਟ ਹੋਈ। ਪਰ ਇਹਦੇ 'ਚ ਕਿਉਂਕਿ ਸਿਚੁਏਸ਼ਨ ਇੱਦਾਂ ਦੀ ਬਣਾ ਦਿੱਤੀ ਗਈ ਕਿ ਤੁਸੀਂ ਇਹ ਪੈਟਰੋਲ ਪੰਪ ਦੇ ਥਰੂ ਦੇ ਸਕਦੇ ਹੋ, ਹਸਪਤਾਲ ਥਰੂ ਦੇ ਸਕਦੇ ਹੋ। ਹਰ ਬੰਦਾ ਜਿਹੜਾ ਤਗੜਾ ਆਦਮੀ, ਉਹਦੇ ਪੈਟਰੋਲ ਪੰਪ ਵੀ ਸਨ ਉਹਨਾਂ ਦੇ, ਫਿਰ ਉਹਨਾਂ ਨੇ ਆਪਣੇ ਸੋਰਸਿਸ ਦੇ ਥਰੂ ਜਿਹੜੇ ਪੈਸੇ ਫਿਰ ਬੈਂਕਾਂ 'ਚ ਲੈਣ ਦੇ। ਸੋ ਹੈਂਡਲਿੰਗ ਇਹਦੀ ਜਿਹੜੀ ਉਹ ਗਲਤ ਹੋ ਗਈ ਹੈ, ਇਹ ਠੀਕ ਹੈ। ਬਿਲਕੁਲ, ਜਿਵੇਂ ਅਸੀਂ ਦੇਖਿਆ ਕਿ ਗੱਡੀਆਂ ਨੋਟ ਫੜੇ ਗਏ, ਤੇ ਦੂਜੇ ਪਾਸੇ ਲੋਕਾਂ ਨੂੰ ਆਪਣਾ 2000 ਰੁਪਇਆ ਬਦਲਣ ਵਾਸਤੇ ਵੀ ਸਾਰਾ ਦਿਨ ਬਿਲਕੁਲ। ਇਹ ਵੇਖੋ, ਆਮ ਤੌਰ 'ਤੇ ਜਿਹੜੀ ਬਲੈਕ ਮਨੀ ਉਹ ਵੱਡੇ ਨੋਟਾਂ 'ਚ ਹੁੰਦੀ ਆ। ਪਹਿਲਾਂ 1000 ਤੇ 500 ਰੁਪਏ ਦੇ ਨੋਟ ਹੁੰਦੇ ਸੀ। ਸ਼ਾਇਦ ਤੁਹਾਨੂੰ ਯਾਦ ਹੋਵੇ, ਮੈਨੂੰ ਹੁਣ ਉਸ ਸਾਲ ਤਾਂ ਨਹੀਂ ਯਾਦ, ਪਰ ਇੰਨਾ ਕੁ ਮੈਨੂੰ ਯਾਦ ਆ ਕਿ 80 ਤੋਂ ਬਾਅਦ ਦੇ ਵਿੱਚ ਪਹਿਲਾਂ ਵੀ ਇੱਕ ਵਾਰੀ ਨੋਟਬੰਦੀ ਹੋਈ ਸੀ, ਅਤੇ ਉਹਨਾਂ ਨੇ 1000 ਤੇ 500 ਦੇ ਸਾਰੇ ਨੋਟ ਬੰਦ ਕਰਤੇ ਸੀ। ਇਹਦੇ 'ਚ ਕੀ ਕੀਤਾ ਕਿ ਇਹਨਾਂ ਨੇ ਨੋਟ ਬੰਦ ਕਰ ਦਿੱਤੇ, ਪਰ ਉਹਦੇ ਨਾਲ 2000 ਦਾ ਨੋਟ ਕੱਢ ਦਿੱਤਾ। 2000 ਦਾ ਨੋਟ ਕੱਢਣਾ ਜਿਹੜਾ ਉਹ ਫਿਰ ਸੱਦਾ ਦਿੰਦਾ ਆ ਕਿ ਉਹ ਫਿਰ ਬਲੈਕ ਮਨੀ ਜਿਹੜੀ ਉਹ ਬਜਾਏ 1000 ਦੇ ਨੋਟ ਦੇ ਹੋਣ ਦੇ, ਉਹ 2000 ਦੇ ਨੋਟਾਂ ਦੀ ਸ਼ੁਰੂ ਹੋ ਜਾਏਗੀ। ਹੁਣ 1000 ਦਾ ਨੋਟ ਬੰਦ ਕਰਤਾ, ਉਹਦੀ ਜਗ੍ਹਾ 'ਤੇ 2000 ਦਾ ਕਰ ਦਿੱਤਾ। ਸੋ ਇਹ ਗੌਰਮੈਂਟ ਦੀਆਂ ਪਾਲਿਸੀ, ਅਸੀਂ ਇਹ 'ਤੇ ਕਮੈਂਟ ਤਾਂ ਨਹੀਂ ਕਰ ਸਕਦੇ, ਪਰ ਐਜ਼ ਅ ਸਟੂਡੈਂਟ ਆਫ ਇਕਨੋਮਿਕਸ ਮੈਂ ਇਹ ਕਹਿ ਸਕਦਾ ਕਿ ਜਿਹੜੇ ਛੋਟੇ ਨੋਟ ਆ ਉਹਨਾਂ 'ਚ ਬਲੈਕ ਮਨੀ ਘੱਟ ਹੁੰਦੀ ਆ, ਵੱਡੇ ਨੋਟਾਂ 'ਚ ਬਲੈਕ ਮਨੀ ਜਿਹੜੀ ਆ ਉਹ ਜ਼ਿਆਦਾ ਜਮ੍ਹਾਂ ਕਰਨੀ ਆਸਾਨ ਹੋ ਜਾਂਦੀ ਆ। ਤੇ ਡਾਕਟਰ ਸਾਹਿਬ, ਜਿਵੇਂ ਹੁਣ ਇੱਕ ਬੜੀ ਲਹਿਰ ਚੱਲੀ ਹੈ ਸੋਸ਼ਲ ਮੀਡੀਆ 'ਤੇ, ਜਾਂ ਜਿਹੜੇ ਕੁਛ ਅਖੌਤੀ ਦੇਸ਼ ਪ੍ਰੇਮੀ ਆ ਅਸੀਂ ਕਹਿ ਸਕਦੇ ਹਾਂ, ਉਹ ਬੜਾ ਮਤਲਬ ਚਾਈਨਾ ਦਾ ਵਿਰੋਧ, ਕਿ ਚਾਈਨਾ ਦਾ ਸਮਾਨ ਨਾ ਵਰਤੋ, ਇੱਦਾਂ ਨਾ ਕਰੋ, ਇੱਦਾਂ ਨਾ। ਕੀ ਅਸੀਂ ਸੱਚੀ ਮੁੱਚੀ ਚਾਈਨਾ ਦੇ ਨਾਲ ਬਿਲਕੁਲ ਬਾਈਕਾਟ ਕਰਕੇ ਸਰਵਾਈਵ ਕਰ ਸਕਦੇ ਹਾਂ ਇਕਨੋਮੀ ਦੇ ਵਿੱਚ? ਵੇਖੋ, ਸਾਡੇ ਪ੍ਰਧਾਨ ਮੰਤਰੀ ਨੇ ਇੱਕ ਬੜਾ ਸੋਹਣਾ ਨਾਅਰਾ ਦਿੱਤਾ, ਜਿਹਨੂੰ ਅਸੀਂ ਕਹਿੰਦੇ ਆ ਸੈਲਫ ਸਫੀਸ਼ੀਐਂਸੀ, ਆਤਮ ਨਿਰਭਰਤਾ। ਇਹ ਬੜੀ ਚੰਗੀ ਗੱਲ ਆ, ਪਰ ਦੁਨੀਆ ਦਾ ਕੋਈ ਮੁਲਕ ਵੀ ਆਤਮ ਨਿਰਭਰ ਨਹੀਂ ਹੈਗਾ। ਇੱਕ ਜਿਹੜਾ ਟ੍ਰੇਡ ਹੁੰਦਾ ਹੈ, ਅੰਤਰਰਾਸ਼ਟਰੀ ਵਪਾਰ ਹੁੰਦਾ, ਉਹ ਇੱਕ ਉਹਦਾ ਬੇਸ ਹੁੰਦਾ, ਉਹ ਬੇਸ ਹੁੰਦਾ ਆ ਤੁਲਨਾਤਮਕ ਲਾਗਤ, ਕੰਪੈਰੇਟਿਵ ਕਾਸਟ। ਜਿਹੜੀ ਚੀਜ਼ ਆਪਣੇ ਮੁਲਕ 'ਚ ਮਹਿੰਗੀ ਬਣ ਸਕਦੀ ਆ, ਉਹ ਬਾਹਰੋਂ ਮੰਗਾ ਲਓ। ਜਿਹੜੀ ਚੀਜ਼ ਆਪਣੇ ਮੁਲਕ ਸਸਤੀ ਬਣ ਸਕਦੀ, ਉਹ ਬਾਹਰ ਭੇਜ ਦਿਓ। ਠੀਕ ਹੈ, ਇਹ ਵਪਾਰ ਇਸ ਚੀਜ਼ ਹੁੰਦਾ। ਵਪਾਰ ਜਿਹੜਾ ਉਹ ਇੱਕ ਇੰਜਨ ਆ ਜਿਹਦੇ ਨਾਲ ਡਿਵੈਲਪਮੈਂਟ ਹੁੰਦੀ ਆ। ਜੇ ਅਸੀਂ ਕਹੀਏ ਕਿ ਅਸੀਂ ਕੋਈ ਵੀ ਚੀਜ਼ ਬਾਹਰੋਂ ਨਹੀਂ ਮੰਗਾਉਣੀ, ਅਤੇ ਉਹ ਇੱਥੋਂ ਹਾਲਤ ਜਿਹੜੀ ਉੱਥੋਂ ਤੱਕ ਨਹੀਂ ਪਹੁੰਚ ਸਕਦੀ। ਸਾਨੂੰ ਚੀਜ਼ਾਂ ਬਾਹਰੋਂ ਮੰਗਾਉਣੀਆਂ ਵੀ ਪੈਣੀਆਂ, ਸਾਨੂੰ ਲਿਆਉਣੀਆਂ ਪੈਣੀਆਂ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਣਾ, WTO ਜਿਹੜੀ ਹੈ 1995 'ਚ ਬਣੀ ਸੀ। ਇੰਡੀਆ ਨਹੀਂ ਸੀ ਚਾਹੁੰਦਾ WTO ਦਾ ਮੈਂਬਰ ਬਣੇ। ਉਹਦੇ 'ਚ ਇਹ ਹੁੰਦਾ ਕਿ ਖੁੱਲ੍ਹ ਦੇ ਦਿੰਦੇ ਆ ਕਿ ਜਿਹੜਾ ਮਰਜ਼ੀ ਦੇਸ਼ ਜਿਹੜਾ ਉਹ ਆਪਣੇ ਮੈਂਬਰ ਦੇਸ਼ ਦੇ ਵਿੱਚ ਜਾ ਕੇ ਆਪਣੀਆਂ ਚੀਜ਼ਾਂ ਵੇਚ ਸਕਦਾ। ਅਤੇ ਇੰਡੀਆ ਨਹੀਂ ਸੀ ਚਾਹੁੰਦਾ ਕਿ ਉਹਦਾ ਮੈਂਬਰ ਬਣੇ, ਕਿਉਂਕਿ ਇੰਡੀਆ ਦੀ ਇੰਡਸਟਰੀ ਬਹੁਤ ਮਾੜੀ ਸੀ ਅਤੇ ਉਹ ਕੰਪੀਟ ਨਹੀਂ ਸੀ ਕਰ ਸਕਦੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ। ਪਰ ਕਿਉਂਕਿ ਜਦੋਂ ਇਹਦੇ ਨਾਲ ਦੇ 125 ਮੈਂਬਰ ਜਿਹੜੇ ਉਹ ਬਣੇ, ਜਿਹੜੇ ਇਹਨਾਂ ਨਾਲ ਇੰਡੀਆ ਦਾ ਵਪਾਰ ਚੱਲ ਰਿਹਾ ਸੀ, ਇੰਡੀਆ ਨੂੰ ਬਣਨਾ ਪਿਆ। ਇੰਡੀਆ ਦਾ ਬਹੁਤ ਜ਼ਿਆਦਾ ਵਪਾਰ ਵਧਿਆ, ਪਰ ਉਹਦੇ 'ਚ ਕੀ ਹੋਇਆ ਕਿ ਐਕਸਪੋਰਟ ਘੱਟ ਵਧੀ ਅਤੇ ਇੰਪੋਰਟ ਜ਼ਿਆਦਾ ਵੱਧ ਗਈ, ਜਿਹਦੇ 'ਚ ਚਾਈਨਾ ਨੇ ਪੂਰਾ ਫਾਇਦਾ ਲਿਆ। ਚਾਈਨਾ ਦੀਆਂ ਚੀਜ਼ਾਂ ਬੜੀਆਂ ਸਸਤੀਆਂ ਬਣਦੀਆਂ ਸਨ, ਉਹਨਾਂ ਨੇ ਵੱਧ ਤੋਂ ਵੱਧ ਚੀਜ਼ਾਂ ਜਿਹੜੀਆਂ ਇੰਡੀਆ 'ਚ ਭੇਜੀਆਂ। ਉਹ ਚੀਜ਼ਾਂ ਨੇ ਇੰਡੀਆ ਦੀ ਜਗ੍ਹਾ ਲਈ, ਇੰਡੀਆ ਦੀਆਂ ਇੰਡਸਟਰੀਆਂ ਬੰਦ ਹੋ ਗਈਆਂ। ਜਿਹੜੀ ਚੀਜ਼ ਬਣਨੀ ਨਹੀਂ, ਉਹਦੇ ਵਾਸਤੇ ਕਾਮਿਆਂ ਦੀ ਲੋੜ ਨਹੀਂ, ਉਹ ਇੰਡਸਟਰੀ ਬੰਦ ਹੋ ਗਈ। ਸੋ ਇਸ ਗੱਲ ਨੂੰ ਰੋਕਣ ਦੀ ਖਾਤਰ ਇੱਕ ਪ੍ਰਚਾਰ ਚੱਲਿਆ ਕਿ ਚਾਈਨਾ ਨਾਲ ਵਪਾਰ ਤਾਂ ਆਪਣੀ ਲੋੜਾਂ ਦੇ ਮੁਤਾਬਕ ਕੀਤਾ ਜਾਂਦਾ ਆ, ਅਤੇ ਇਸ ਤਰ੍ਹਾਂ ਦੀ ਗੱਲ ਸਮਝ ਨਹੀਂ ਆਉਂਦੀ, ਸੰਭਵ ਲੱਗਦੀ ਆ ਕਿ ਚਾਈਨਾ ਨਾਲ ਵਪਾਰ ਬਿਲਕੁਲ ਹੀ ਬੰਦ ਹੋ ਜਾਏਗਾ। ਕਿਉਂਕਿ ਜਿਹੜੇ ਅਮਰੀਕਾ ਐਂਡ ਚਾਈਨਾ ਦਾ ਵਪਾਰ ਚੱਲ ਰਿਹਾ, ਅਮਰੀਕਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਚਾਈਨਾ ਨੇ, ਪਰ ਇਹਦੇ ਬਾਵਜੂਦ ਵੀ ਅਮਰੀਕਾ ਅਤੇ ਚਾਈਨਾ ਦਾ ਵਪਾਰ ਨਹੀਂ ਘਟਿਆ। ਵਪਾਰ ਉਸੇ ਤਰ੍ਹਾਂ ਹੀ ਤੁਰਿਆ ਜਾ ਰਿਹਾ ਐਂਡ ਤੁਰਿਆ ਜਾਏਗਾ, ਕਿਉਂਕਿ ਜਿਹੜਾ ਇਹਦੀ ਕੰਪੈਰੇਟਿਵ ਕਾਸਟ ਦਾ ਨਿਯਮ ਮੈਂ ਤੁਹਾਨੂੰ ਦੱਸਿਆ, ਜਿਹੜੀ ਲਾਗਤ ਜਿਹਦੀ ਥੋੜ੍ਹੀ ਆਉਂਦੀ ਹੈ, ਉਹ ਚੀਜ਼ ਦਾ ਕੋਈ ਆਈਡੀਆ ਨਹੀਂ ਕਿ ਆਪਣੇ ਮੁਲਕ 'ਚ ਆਪਣੇ ਸਾਧਨਾਂ ਨੂੰ ਵੇਸਟ ਕਰੀਏ। ਉਹਦੀ ਬਜਾਏ ਦੂਜੇ ਸਾਧਨ ਲਾ ਕੇ ਬਾਹਰੋਂ ਮੰਗਾ ਲਓ। ਆਪਣੀ ਜਿਹੜੀ ਚੀਜ਼ਾਂ ਨੇ ਉਹਨਾਂ ਨੂੰ ਇਸ ਢੰਗ ਨਾਲ ਬਣਾਓ ਕਿ ਬਾਹਰ ਜਿਹੜੀਆਂ ਚੀਜ਼ਾਂ ਜਾ ਕੇ ਵਿਕ ਜਾਣ। ਹਾਂਜੀ ਡਾਕਟਰ ਸਾਹਿਬ, ਤੁਸੀਂ ਦੱਸਿਆ ਕਿ ਉਹ ਜਿਹੜਾ ਲਾ ਆ ਕੰਪੈਰੇਟਿਵ ਕਾਸਟ ਦਾ, ਅਤੇ ਇੱਕ ਸਵਾਲ ਜਿਵੇਂ ਸਾਡੇ ਦਿਮਾਗ 'ਚ ਵੀ ਆਉਂਦਾ, ਜਾਂ ਹਰ ਬੰਦੇ ਦੇ ਦਿਮਾਗ 'ਚ ਆਉਂਦਾ, ਕਿ ਚਾਈਨਾ ਇੰਨੀਆਂ ਸਸਤੀਆਂ ਚੀਜ਼ਾਂ ਕਿੱਦਾਂ ਤਿਆਰ ਕਰ ਲੈਂਦਾ ਕਿ ਉਹ ਜਿਹੜੀ ਚੀਜ਼ ਇੱਥੇ ਮੰਨ ਲਓ ਸਾਨੂੰ ਜੇ ਇੰਡੀਆ ਦੀ ਲੈਂਦੇ ਆ, ਜਾਂ ਇੰਡੀਆ 'ਚ ਉਹਦੀ 50 ਰੁਪਏ ਕੀਮਤ ਹੈ, ਤਾਂ ਉਹ ਉਹਦੀ ਇੰਨੀ ਜ਼ਿਆਦਾ ਕੋਈ 5 ਰੁਪਏ ਦੀ ਆ ਜਾਂਦੀ ਹੈ।
ਜਿਵੇਂ ਨਿੱਕੇ ਨਿੱਕੇ ਜੁਰਾਬਾਂ, ਦਸਤਾਨੇ, ਹਰ ਚੀਜ਼ ਉੱਥੋਂ ਆਉਂਦੀ ਹੈ। ਤਾਂ ਉਹ ਇੰਨੇ ਜਿਵੇਂ 1-1 ਰੁਪਈਏ ਦੀ, 2-2 ਰੁਪਈਏ ਦੀਆਂ ਚੀਜ਼ਾਂ, ਤੇ ਖਿਡੌਣੇ ਆ ਬਹੁਤ ਸਸਤੇ ਖਿਡੌਣੇ ਆ। ਇਹ ਕਿੱਦਾਂ ਉਹਨੇ ਆਪਣੀ ਇਕੋਨਮੀ ਨੂੰ, ਕਿਸ ਤਰ੍ਹਾਂ ਆਪਣੀ ਇੰਡਸਟਰੀ ਨੂੰ ਸੈਟਲ ਕੀਤਾ ਹੈ? ਦੇਖੋ ਇਹਦੇ ਜਿਸ ਤਰ੍ਹਾਂ ਨਾ, ਬਹੁਤ ਸਵਾਲ ਦੇਖੋ ਜਿਹੜੀ ਚੀਜ਼ਾਂ ਦੀ ਕਾਸਟ ਆ ਉਹ ਦੋ ਚੀਜ਼ਾਂ ਉਹਦੇ ਕੰਸਟੀਟਿਊਟ ਕਰਦੀਆਂ। ਇੱਕ ਤਾਂ ਜਿਹੜੀ ਕਾਸਟ ਆਫ ਰਾ ਮਟੀਰੀਅਲ ਆ, ਤੇ ਦੂਜਾ ਲੇਬਰ ਆ। ਰਾ ਮਟੀਰੀਅਲ ਹੋ ਸਕਦਾ ਉੱਥੇ ਉਹਦੀ ਐਡੀਕੁਏਟ ਸਪਲਾਈ ਹੋਏਗੀ, ਜਿਹੜਾ ਸਸਤਾ ਮਿਲ ਜਾਂਦਾ ਹੈਗਾ, ਜਿਹੜਾ ਇੰਡੀਆ 'ਚ ਨਹੀਂ ਮਿਲਦਾ। ਦੂਜੀ ਗੱਲ, ਉਹਨਾਂ ਦੇ ਲੇਬਰ ਦੇ ਰੇਟ ਬਹੁਤ ਘੱਟ ਨੇ, ਜਿਹੜੇ ਇੰਡੀਆ 'ਚ ਬਹੁਤ ਜ਼ਿਆਦਾ ਨੇ। ਸੋ ਇਹਨਾਂ ਦੋ ਗੱਲਾਂ ਕਰਕੇ ਉਹਨਾਂ ਨੇ ਆਪਣੀ ਕਾਸਟ ਨੂੰ ਜਿਹੜਾ ਨਾ ਬਹੁਤ ਥੱਲੇ ਕਰ ਲਿਆ। ਅਤੇ ਉਹ ਜਿਹੜੀ ਇਹ ਨੈਚੁਰਲੀ ਜਿਹੜਾ ਕੰਜ਼ਿਊਮਰ ਆ, ਇੱਕ ਇੰਡੀਵਿਜੂਅਲ ਕੰਜ਼ਿਊਮਰ ਦੀ ਜਗ੍ਹਾ 'ਤੇ ਮੈਂ ਹੋਵਾਂ ਜਾਂ ਤੁਸੀਂ ਹੋ ਜਾਂ ਕੋਈ ਵੀ ਹੁੰਦਾ, ਉਹ ਇਹ ਚੀਜ਼ ਦਾ ਜਿਹੜੀ ਚੀਜ਼ ਸਸਤੀ ਮਿਲਦੀ ਹੈ ਮੈਂ ਉਹ ਲੈਣੀ ਆ। ਕੰਜ਼ਿਊਮਰ ਨੂੰ ਨੈਸ਼ਨਲ ਸਪਿਰਿਟ ਤੋਂ ਪਿੱਛੇ ਛੱਡ ਕੇ ਉਹ ਆਪਣੀ ਆਂਦਾ ਜੀ ਆਹ ਚੀਜ਼ ਸਸਤੀ ਆ, ਉੱਥੇ ਕੋਈ ਲਿਖਿਆ ਤਾਂ ਹੁੰਦਾ ਨਹੀਂ ਵੀ ਇਹ ਚਾਈਨਾ ਦੀ ਬਣੀ ਆ, ਜਾਂ ਮੈंने ਚਾਈਨਾ ਦੀ ਨਹੀਂ ਖਰੀਦਣੀ। ਅਤੇ ਜੇ ਉਹਨੂੰ ਚੀਜ਼ ਉਹ ਸਸਤੀ ਮਿਲਦੀ ਆ, ਉਹਦਾ ਇੱਕੋ ਹੀ ਹੱਲ ਆ ਕਿ ਉਹਦੇ ਕੰਪੈਟੀਟਿਵ ਚੀਜ਼ਾਂ ਤਿਆਰ ਹੋ ਜਾਣ। ਜੇ ਉਹ ਇੱਧਰ ਤਿਆਰ ਹੋ ਜਾਂਦੀਆਂ ਨੇ ਕੰਪੈਟੀਟਿਵ, ਤਾਂ ਫਿਰ ਤੁਸੀਂ ਉਹਦਾ ਮੁਕਾਬਲਾ ਕਰ ਸਕਦੇ ਹੋ। ਹਾਂ, ਦੂਜੀ ਤਰੀਕਾ ਉਹਨਾਂ 'ਤੇ ਰਿਸਟ੍ਰਿਕਸ਼ਨ ਲਾ ਦਿਓ, ਜਿਹੜੀ WTO ਦੇ ਮੈਂਬਰ ਹੋਣ ਕਰਕੇ ਨਹੀਂ ਲਾਈ ਜਾ ਸਕਦੀ। WTO ਦੇ ਮੈਂਬਰਾਂ ਤੁਸੀਂ ਟੈਰਿਫ ਰੇਟ 'ਤੇ ਵਧਾ ਸਕਦੇ ਹੋ, ਤੁਸੀਂ ਜਿਹੜੇ ਰੇਟ ਆਫ ਟੈਕਸਿਸ ਨੇ ਉਹਨਾਂ ਨੂੰ ਇੱਕ ਲਿਮਿਟ ਤੱਕ ਵਧਾ ਸਕਦੇ ਹੋ, ਇਹ ਲਿਮਿਟ ਤੋਂ ਵੱਧ ਨਹੀਂ ਵਧਾ ਸਕਦੇ। ਪਰ ਉਹਨਾਂ ਦੀ ਜਿਹੜੀ ਕਮੋਡਿਟੀ ਦੀ ਰਿਸਟ੍ਰਿਕਸ਼ਨ ਨਹੀਂ ਲਾ ਸਕਦੇ, ਇਹ ਚੀਜ਼ ਆਉਣੀ ਨਹੀਂ ਇੱਥੇ, ਇਹ ਨਹੀਂ ਕਰ ਸਕਦੇ। ਸੋ ਇਸ ਕਰਕੇ ਇਹਦੇ 'ਚ ਤਾਂ ਕੰਪੈਟੀਟਿਵਨੈਸ ਜਿਹੜੀ ਹੈ ਨਾ ਉਹ ਤਿਆਰ ਕਰਨੀ ਪੈਣੀ ਆ। ਜੇ ਕੰਪੈਟੀਟਿਵਨੈਸ ਨਾ ਤਿਆਰ ਨਹੀਂ ਹੁੰਦੀ ਤਾਂ ਇਹ ਠੀਕ ਆ ਵੀ ਜਿੰਨੀਆਂ ਚੀਜ਼ਾਂ ਬਾਹਰੋਂ ਆ ਕੇ ਵਿਕਣੀਆਂ ਨੇ, ਜਿਹੜੀਆਂ ਚੀਜ਼ਾਂ ਵਿਕਣੀਆਂ ਨੇ, ਇੰਪਲੋਇਮੈਂਟ ਉਹਦੀ ਜਨਰੇਟ ਹੋਣੀ ਆ। ਜਿਹੜੀਆਂ ਚੀਜ਼ਾਂ ਨਹੀਂ ਵਿਕਣੀਆਂ ਉਹਦੀ ਇੰਪਲੋਇਮੈਂਟ ਜਨਰੇਟ ਨਹੀਂ ਹੋਣੀ। ਸੋ ਇੰਡੀਆ ਦੀ ਜਿਹੜੀ ਮੇਨ ਪ੍ਰੋਬਲਮ ਆ ਵੀ 6 ਕਰੋੜ ਬੰਦਾ ਜਿਹੜਾ ਵਿਜੀਬਲੀ ਅਨਐਮਪਲਾਈਡ ਆ। ਇਹ ਤੋਂ ਇਲਾਵਾ ਜਿੰਨੇ ਵੀ ਐਗਰੀਕਲਚਰ ਦੇ ਬੰਦੇ ਆ ਅੰਡਰ ਇੰਪਲਾਈਡ ਆ। ਅੰਡਰ ਇੰਪਲਾਈਡ ਦਾ ਮਤਲਬ 4 ਘੰਟੇ ਕਿਸੇ ਦਾ 2 ਘੰਟੇ 3 ਘੰਟੇ ਕੰਮ ਆ, ਬਾਕੀ ਉਹਨਾਂ ਕੋਲ ਕੰਮ ਹੀ ਨਹੀਂ ਹੈਗਾ। ਸੋ ਇਸ ਕਰਕੇ ਇਸ ਇੰਪਲੋਇਮੈਂਟ ਨੂੰ ਪ੍ਰਮੋਟ ਕਰਨ ਦਾ ਇੱਕੋ ਤਰੀਕਾ ਆ ਕਿ ਇੰਪੋਰਟ ਘਟੇ ਅਤੇ ਐਕਸਪੋਰਟ ਵਧੇ। ਜਿੰਨਾ ਚਿਰ ਐਕਸਪੋਰਟ ਨਹੀਂ ਵੱਧਦੀ ਉਹਨਾਂ ਚਿਰ ਤੱਕ ਤੁਸੀਂ ਇੰਪਲੋਇਮੈਂਟ ਨੂੰ ਵਧਾਉਣ ਵਾਸਤੇ ਜਿਹੜਾ ਨਾ ਉਹ ਜਿਹੜੀਆਂ ਤੁਹਾਡੀਆਂ ਕੋਸ਼ਿਸ਼ਾਂ ਫੇਲ ਹੋ ਜਾਣਗੀਆਂ। ਕਿਉਂਕਿ ਅੱਜ ਕੱਲ੍ਹ ਗਲੋਬਲ ਮਾਰਕੀਟ ਅਸੀਂ ਕਹਿੰਦੇ ਹਾਂ, ਗਲੋਬਲ ਮਾਰਕੀਟ ਆ ਜਾਂ ਲਿਬਰਲਾਈਜੇਸ਼ਨ ਹੈਗੀ ਆ, ਤੁਸੀਂ ਬਹੁਤਾ ਕਿਸੇ 'ਤੇ ਰਿਸਟ੍ਰਿਕਸ਼ਨ ਨਹੀਂ ਲਾ ਸਕਦੇ। ਸੋ ਇਸ ਨਾਤੇ ਤੁਹਾਨੂੰ ਮੇਨ ਜਿਹੜਾ ਇਸ਼ੂ ਆ, ਜਿਹੜਾ ਫੋਕਸ ਜਿਹੜਾ ਧਿਆਨ ਦੇਣਾ ਪੈਣਾ, ਉਹ ਦੇਣਾ ਪੈਣਾ ਆ ਕੰਪੈਟੀਟਿਵਨੈਸ ਆਫ ਦਾ ਕਮੋਡਿਟੀ। ਇਹਦੇ ਵਾਸਤੇ ਇਹ ਜ਼ਰੂਰੀ ਆ ਕਿ ਜਿਵੇਂ ਸਾਡੀ ਜਿਹੜੀ ਇੰਨੀ ਲੋਕ ਅਨਇੰਪਲਾਈਡ ਨੇ, ਇਹਨਾਂ ਨੂੰ ਕੰਮ 'ਤੇ ਲਾਉਣ ਵਾਸਤੇ ਜ਼ਰੂਰੀ ਕਿ ਸਾਡੇ ਕੋਲ ਬਹੁਤ ਜ਼ਿਆਦਾ ਇੰਡਸਟਰੀ ਹੋਵੇ, ਅਸੀਂ ਇੱਥੇ ਜ਼ਿਆਦਾ ਚੀਜ਼ਾਂ ਜਿਹੜੀਆਂ ਉਹ ਕਰ ਸਕੀਏ। ਕੀ ਤੁਹਾਨੂੰ ਲੱਗ ਰਿਹਾ ਕਿ ਸਰਕਾਰ ਜਾਂ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ, ਦੋਵਾਂ ਸਰਕਾਰਾਂ ਦੀ ਜੇ ਗੱਲ ਕਰੀਏ, ਪੰਜਾਬ 'ਚੋਂ ਤਾਂ ਇੰਡਸਟਰੀ ਵੈਸੇ ਹੀ ਜਿਹੜੀ ਚੁੱਕੀ ਦੀ ਜਾ ਰਹੀ ਹੈ, ਅਤੇ ਇਹਦੇ ਵੀ ਇੱਕ ਤਾਂ ਕੀ ਕਾਰਨ ਹੈ ਕਿ ਪੰਜਾਬ 'ਚ ਲੋਕ ਇੰਡਸਟਰੀ ਕਿਉਂ ਨਹੀਂ ਲਾ ਰਹੇ ਜਾਂ ਇੱਥੇ ਸਫਲ ਕਿਉਂ ਨਹੀਂ ਹੋ ਰਹੇ? ਇੱਥੋਂ ਦੇ ਬੰਦੇ ਹਿਮਾਚਲ ਜਾਂ ਹਰਿਆਣੇ ਵਾਲੇ ਪਾਸੇ ਨੂੰ ਤੁਰੇ ਜਾਂਦੇ ਆ। ਇਹ ਸਰਕਾਰ ਦੀਆਂ ਇਹੋ ਜਿਹੀਆਂ ਕਿਹੜੀਆਂ ਨੀਤੀਆਂ ਕਿ ਜਦੋਂ ਪੰਜਾਬ ਨੂੰ ਸਭ ਤੋਂ ਜ਼ਿਆਦਾ ਲੋੜ ਆ, ਕਿਉਂਕਿ ਐਗਰੀਕਲਚਰ 'ਚ ਅਸੀਂ ਕਹਿ ਰਹੇ ਹਾਂ ਵੀ ਘਾਟੇ ਵਾਲਾ ਸੌਦਾ ਹੁੰਦਾ ਜਾ ਰਿਹਾ, ਅਤੇ ਇੰਡਸਟਰੀ ਬਚਾ ਸਕਦੀ ਪੰਜਾਬ ਨੂੰ, ਅਤੇ ਕਿਉਂ ਇੱਥੇ ਇੰਡਸਟਰੀ ਜਿਹੜੇ ਆ ਇੰਡਸਟਰੀਲਿਸਟ ਆ ਉਹ ਇੱਥੋਂ ਭੱਜਣ ਨੂੰ ਕਾਲੇ ਆ? ਇਹਦਾ ਕੀ ਕਾਰਨ ਹੈ? ਇਹ ਸੱਚਾਈ ਆ ਕਿ ਬਹੁਤ ਸਾਰੇ ਯੂਨਿਟ ਜਿਹੜੇ ਆ ਪੰਜਾਬ ਦੇ ਬਜਾਏ ਜਾ ਕੇ ਹਿਮਾਚਲ ਲੱਗੇ ਆ। ਇਹ 'ਚ ਕੋਈ ਅਤਕਥਨੀ ਨਹੀਂ ਹੈਗੀ। ਉਹਦੇ 'ਚ ਇਹ ਆ ਵੀ ਜਿਹੜੀ ਪਾਲਿਸੀ ਇੰਡਸਟਰੀਅਲ ਪਾਲਿਸੀ ਉਹਨੂੰ ਫੇਵਰੇਬਲ ਬਣਾਉਣਾ ਪਏਗਾ ਇੰਡਸਟਰੀਲਿਸਟ ਦੇ। ਜਿਸ ਤਰ੍ਹਾਂ ਸਾਡੀ ਹੁਣ ਬਿਜਲੀ ਬਹੁਤ ਮਹਿੰਗੀ ਆ, ਅਤੇ ਬਿਜਲੀ ਲੱਖਾਂ ਕਰੋੜਾਂ ਰੁਪਈਆਂ ਦੀ ਵਰਤੀ ਜਾਂਦੀ ਹੈ ਯੂਨਿਟਾਂ 'ਚ, ਇੰਡਸਟਰੀਅਲ ਯੂਨਿਟਾਂ 'ਚ। ਉਹਨਾਂ ਜਿਹਨਾਂ ਨੂੰ ਸਸਤੀ ਬਿਜਲੀ, ਫਿਰ ਟੈਕਸ ਦੇ ਰੇਟ ਜਿਹੜੇ ਨੇ ਉਹਨਾਂ ਨੂੰ ਉਸ ਹਿਸਾਬ ਨਾਲ ਲੱਭਣੇ। ਟੈਕਸ ਫ੍ਰੀ ਜ਼ੋਨ ਵੀ ਬਣਾਉਣੇ ਪੈਣਗੇ ਵੀ ਇਸ ਚੀਜ਼ 'ਤੇ ਕੋਈ ਟੈਕਸ ਨਹੀਂ ਲੱਗੇਗਾ। ਜੇ ਨਹੀਂ ਟੈਕਸ ਲੱਗਦਾ ਉਹਦੇ 'ਚ ਉਹਨੂੰ ਜਿਹੜਾ ਇੰਡਸਟਰੀਲਿਸਟ ਹੈ ਉਹਨੂੰ ਇਨਸੈਂਟਿਵ ਮਿਲਦਾ, ਉਹਦੇ 'ਚ ਉਹ ਇੰਪਲੋਇਮੈਂਟ ਜਨਰੇਟ ਕਰਦਾ, ਉਹ ਇੰਪਲੋਇਮੈਂਟ ਜਨਰੇਟ ਕਰਕੇ ਇਨਕਮ ਪੈਦਾ ਕਰਦਾ। ਅਤੇ ਗੌਰਮੈਂਟ ਨੂੰ ਜਿਹੜੀ ਟੈਕਸਾਂ ਦੀ ਆਮਦਨ ਜਿਹੜੀ ਡਾਇਰੈਕਟ ਨਹੀਂ ਮਿਲਦੀ, ਉਹ ਦੂਜੇ ਤਰੀਕੇ ਦੇ ਨਾਲ ਉਹਨਾਂ ਨੂੰ ਮਿਲ ਜਾਂਦੀ ਹੈ। ਸੇਲ ਟੈਕਸ ਦੀ ਵਿੱਚ ਆ ਜਾਂਦੀ ਹੈ, GST ਦੇ ਤਰੀਕੇ ਨਾਲ ਆ ਜਾਂਦੀ ਆ, ਜਾਂ ਉਹਨਾਂ ਨੂੰ ਵੈਟ ਦੇ ਤਰੀਕੇ ਨਾਲ ਆ ਜਾਂਦੀ ਆ। ਸੋ ਇਸ ਤਰੀਕੇ ਦੇ ਨਾਲ ਜਿਹੜੀ ਹੈ ਨਾ ਉਹ ਇਨਕਮ ਕ੍ਰੀਏਟ ਹੋ ਜਾਂਦੀ ਆ। ਪਰ ਇਹਦੀ ਪਾਲਿਸੀ ਜਿਹੜੀ ਫੇਵਰੇਬਲ ਪਾਲਿਸੀ ਫਾਰ ਦਾ ਇੰਡਸਟਰੀ ਆ, ਉਹ ਬੜੀ ਵੱਡੀ ਨੀਡ ਹੈ ਪੰਜਾਬ ਦੀ ਖਾਸ ਕਰਕੇ ਬਹੁਤ ਵੱਡੀ ਨੀਡ ਹੈ ਕਿ ਪੰਜਾਬ, ਕਿਉਂਕਿ ਜੇ ਤੁਸੀਂ ਐਗਰੀਕਲਚਰ 'ਚ ਕਹੋ ਇੰਪਲੋਇਮੈਂਟ ਜਨਰੇਟ ਹੋ ਸਕਦੀ, ਬਿਲਕੁਲ ਨਹੀਂ ਹੋ ਸਕਦੀ, ਕਿਉਂਕਿ ਆਲਰੇਡੀ ਸੈਚੂਰੇਸ਼ਨ ਪੁਆਇੰਟ ਹੈ ਐਗਰੀਕਲਚਰ ਦੇ ਵਿੱਚ। ਇੰਨੀ ਇੰਪਲੋਇਮੈਂਟ ਜਿੰਨੀ ਹੈਗੀ ਆ, ਇਹ ਵੀ ਘਟਾਉਣੀ ਚਾਹੀਦੀ ਆ। ਕਈ ਵਾਰੀ ਇਸ ਕਰਕੇ ਵੀ ਘਟਦੀ, ਮਸ਼ੀਨੀਕਰਨ ਵੀ ਨਹੀਂ ਕੀਤਾ ਜਾਂਦਾ ਕਿ ਉਹਦੇ ਨਾਲ ਇੰਪਲੋਇਮੈਂਟ ਘਟਦੀ ਆ। ਸੋ ਉਹਦਾ ਇੱਕੋ ਹੱਲ ਆ ਕਿ ਇੰਡਸਟਰੀ ਵਧੇ। ਇੰਡਸਟਰੀ ਵਧਣ ਵਾਸਤੇ ਬੈਸਟ ਆ ਕਿ ਇੰਡਸਟਰੀ ਪਾਲਿਸੀ ਫੇਵਰੇਬਲ ਜਿਹੜੀ ਆ ਨਾ, ਇਹ ਨਹੀਂ ਕਿ ਤੁਸੀਂ ਬਾਹਰ ਕਹੇ ਆ ਜੀ ਉੱਥੋਂ ਇਨਵੈਸਟਰ ਨੂੰ ਕਿਹਾ। ਇਨਵੈਸਟਰ ਵਪਾਰੀ ਆ,
ਇਨਵੈਸਟਰ ਨੇ ਤੁਹਾਡੀਆਂ ਅਪੀਲਾਂ ਨਹੀਂ ਸੁਣੀਆਂ, ਉਹਨੇ ਗੌਰਮੈਂਟ ਦੀ ਅਪੀਲ ਨਹੀਂ ਸੁਣੀ ਜੀ ਪੰਜਾਬ 'ਚ ਜਾਵਾਂ ਜੀ ਮੈਂ ਉੱਥੇ ਜਾ ਕੇ ਨੱਸੀ। ਉਹਨੇ ਵੇਖਣਾ ਕਿ ਮੈਂ ਉੱਥੇ ਜਾ ਕੇ ਯੂਨਿਟ ਲਾਉਣਾ, ਇੰਸਟਾਲ ਕਰਨਾ, ਇੰਨੀ ਪੈਸਾ ਕਰੋੜਾਂ ਅਰਬਾਂ ਰੁਪਏ ਲਾਉਣਾ, ਕਿ ਉਹਦੀ ਮੈਨੂੰ ਉਪਜ ਵੀ ਮਿਲ ਜਾਏਗੀ, ਯੀਲਡ ਵੀ ਆ ਜਾਏਗੀ। ਸੋ ਇਸ ਕਰਕੇ ਉਹ ਪਾਲਿਸੀ ਜਿਹੜੀ ਇਹਨਾਂ ਨੂੰ ਇਨਸੈਂਟਿਵ ਦਿੰਦੀ ਆ, ਜਿਹੜੀ ਵਧਾਉਂਦੀ ਆ, ਉਹ ਪਾਲਿਸੀ ਤੋਂ ਬਗੈਰ ਗੱਲ ਨਹੀਂ ਬਣਨੀ। ਤੇ ਐਗਰੀਕਲਚਰ ਦੀ ਗੱਲ ਤੁਰੀ ਤੇ ਅਸੀਂ ਕਿਸਾਨਾਂ ਦਾ ਆਮ ਤੌਰ ਤੇ ਹੀ ਇਹ ਹੈਗਾ, ਕਿਸਾਨ ਜਥੇਬੰਦੀਆਂ ਦਾ ਵੀ ਜਾਂ ਕਿਸਾਨਾਂ ਦਾ, ਕਿ ਸਰਕਾਰ ਜਿਹੜੀ ਆ ਉਹਨਾਂ ਨੂੰ ਉਹ ਰੇਟ ਨਹੀਂ ਸਹੀ ਤਰੀਕੇ ਨਾਲ ਦੇ ਰਹੀ, ਜਾਂ ਇਹਦੇ ਕਰਕੇ ਵੀ ਲੋਕ ਜਿਹੜੇ ਆ ਉਹ ਖੇਤੀਬਾੜੀ 'ਚ ਕਰਜ਼ੇ ਦੇ ਥੱਲੇ ਧੱਸਦੇ ਜਾ ਰਹੇ ਆ। ਕੀ ਸਰਕਾਰ ਸੱਚੀ ਉਹਦੇ ਵਾਸਤੇ ਸੁਹਿਰਦ ਨਹੀਂ ਆ, ਜਾਂ ਉਹਦੇ ਕਹਿ ਲਓ ਵੀ ਉਹ ਇਸ ਦੇ ਕਾਬਲ ਨਹੀਂ ਆ ਇਕਨੋਮੀ ਦੇ ਹਿਸਾਬ ਨਾਲ ਕਿ ਉਹ ਰੇਟ ਨਹੀਂ ਭਰ ਸਕਦੀ? ਇਹ ਗੱਲ ਸਮਝ ਤੋਂ ਬਾਹਰ ਆ ਕਿ ਸਰਕਾਰ ਕਿਉਂ ਨਹੀਂ ਇੰਟਰਸਟ ਲੈਂਦੀ। ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਜਿਹੜਾ ਦੁਕਾਨਦਾਰ ਆ, ਠੇਕੇਦਾਰ ਆ ਜਾਂ ਵਪਾਰੀ ਆ, ਉਹਨੂੰ ਵੀ ਗੌਰਮੈਂਟ, ਹਰ ਬੰਦੇ ਨੂੰ ਤਾਂ ਗੌਰਮੈਂਟ ਪ੍ਰੋਟੈਕਟ ਨਹੀਂ ਕਰ ਸਕਦੀ। ਪਰ ਐਗਰੀਕਲਚਰ ਇੱਕ ਸੈਕਟਰ ਆ ਜਿਸ 'ਚ 60% ਬੰਦੇ ਲੱਗੇ ਆ। ਜੇ 60% ਬੰਦੇ ਦੀ ਖੁਸ਼ਹਾਲੀ ਨਹੀਂ ਹੈਗੀ ਤਾਂ ਉਹ ਸਟੇਟ ਨੂੰ ਅਸੀਂ ਡਿਵੈਲਪ ਸਟੇਟ ਨਹੀਂ ਕਹਿ ਸਕਦੇ। ਸਰਕਾਰ ਨੂੰ ਜ਼ਰੂਰ ਸਰਪ੍ਰਸਤੀ ਕਰਨੀ ਚਾਹੀਦੀ ਆ। ਪਿਛਲੇ ਸਾਲ ਸੈਂਟਰ ਗੌਰਮੈਂਟ ਨੇ ਇੱਕ ਪਾਲਿਸੀ ਬਣਾਈ ਸੀ, ਨਿਊ ਮਾਰਕੀਟਿੰਗ ਪਾਲਿਸੀ, ਉਹਨੂੰ ਇੰਪਲੀਮੈਂਟ ਨਹੀਂ ਕੀਤਾ। ਅਸੀਂ ਕਹਿੰਦੇ ਜਿਹੜੇ ਰੇਟ ਦੀ ਗੱਲ ਆ, ਸਿਰਫ ਕਣਕ ਦੇ ਝੋਨਾ ਨਹੀਂ, ਹੋਰ ਪ੍ਰੋਡਕਟਸ ਵੀ। ਹੁਣ ਕਈ ਵਾਰੀ ਗੰਢੇ ਜਿਹੜੇ ਨੇ ਉਹ 90 ਰੁਪਏ ਕਿਲੋ ਵਿਕਦੇ ਨੇ, ਆਮ ਕੰਜ਼ਿਊਮਰ ਜਿਹੜਾ ਉਹ ਖਰੀਦ ਨਹੀਂ ਸਕਦਾ। ਘਰ ਦੀ ਹਰ ਡੇਲੀ ਦੀ ਨੀਡ ਆ, ਹਰ ਇੱਕ ਦੀ ਲੋੜ ਆ। ਆਲੂ ਮਹਿੰਗੇ ਹੋ ਜਾਂਦੇ ਨੇ, 20-25 ਰੁਪਏ ਕਿਲੋ ਵਿਕਣ ਲੱਗ ਪੈਂਦੇ ਆ। ਹਰ ਚੀਜ਼ ਨੂੰ ਜਿਹੜਾ ਉਹਦਾ ਜਿਹੜੇ ਨੇ ਉਹਦੇ 'ਚ ਨਵੇਂ ਐਂਬਿਟ 'ਚ ਲਿਆਉਣ, ਨਵੀਆਂ ਜਿਹੜੀਆਂ ਚੀਜ਼ਾਂ ਨੇ ਨਾ, ਕਣਕ ਝੋਨਾ 2 ਕਮਾਡੀ ਨੇ ਸਿਰਫ, ਬਾਕੀ ਘਰ ਦੀਆਂ ਵੀ ਲੋੜ ਦੀਆਂ ਚੀਜ਼ਾਂ ਨੇ, ਉਹ ਕਿਉਂ ਨਹੀਂ ਲੈਣੀਆਂ ਜਾਂਦੀਆਂ? ਉਹਨਾਂ ਦੇ ਉੱਤੇ ਵੀ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਆ, ਉਹਦੇ ਉੱਤੇ ਗੌਰਮੈਂਟ ਨੂੰ ਪ੍ਰੋਕਿਓਰ ਕਰਨਾ ਚਾਹੀਦਾ। ਕੋਈ ਬਹੁਤ ਵੱਡਾ ਔਖਾ ਕੰਮ ਨਹੀਂ। ਬੜੀ ਵਾਰੀ ਆਪਾਂ ਲਿਖਦੇ ਵੀ ਆ, ਬੜਾ ਕੁਛ ਹੋਇਆ, ਸੈਮੀਨਾਰਾਂ 'ਚ ਵੀ ਬੋਲਦੇ ਆ ਵੀ ਗੌਰਮੈਂਟ ਨੂੰ 15-20 ਚੀਜ਼ਾਂ ਜਿਹੜੀਆਂ ਡੇਲੀ ਯੂਜ਼ ਦੀਆਂ ਚੀਜ਼ਾਂ ਨੇ, ਉਹਨਾਂ ਦੀ ਸਟੇਟ ਟ੍ਰੇਡਿੰਗ ਜਿਸ ਤਰ੍ਹਾਂ ਕਣਕ ਦੇ ਝੋਨੇ ਦੀ ਕੀਤੀ ਹੈ, ਕਰਨੀ ਚਾਹੀਦੀ ਹੈ। ਅਤੇ ਗੌਰਮੈਂਟ ਨੇ ਨਹੀਂ ਇਹ ਵੱਲ ਧਿਆਨ ਦਿੰਦੀ। ਇਹਦੀ ਗੱਲ 'ਚ ਕਿਸਾਨ ਸੱਚੇ ਆ, ਕਿਉਂਕਿ ਕਿਸਾਨ ਇੱਕ ਬਹੁਤ ਵੱਡੀ ਗਿਣਤੀ ਆ, ਉਹ ਨਾਲ ਇਹਨਾਂ ਦੀ ਆਰਗੇਨਾਈਜੇਸ਼ਨ ਬਣ ਸਕਦੀ ਆ, ਨਾ ਉਹ ਇੰਨੀ ਇਫੈਕਟਿਵ ਹੋ ਸਕਦੇ ਆ। ਵਪਾਰੀ ਲੋਕ ਛੇਤੀ ਨਾਲ ਇਕੱਠੇ ਹੋ ਕੇ 4-5 ਜਣੇ ਬਣ ਕੇ ਆਪਣੀ ਯੂਨੀਅਨ ਬਣਾ ਲੈਂਦੇ ਆ। ਸੋ ਉਹਨਾਂ ਨੂੰ ਤਾਂ ਪ੍ਰੋਟੈਕਟ ਕਰ ਸਕਦੀ ਸਿਰਫ ਗੌਰਮੈਂਟ ਪ੍ਰੋਟੈਕਟ ਕਰ ਸਕਦੀ, ਜਿੱਦਾਂ ਝੋਨਾ ਅਤੇ ਕਣਕ ਦਾ ਵੈਸੇ ਕੀਤਾ। ਇਸੇ ਤਰ੍ਹਾਂ ਹੀ ਹੋਰ ਫਸਲਾਂ ਨੂੰ ਲਿਆ ਕੇ ਇਹਦੇ 'ਚ ਅਤੇ ਉਹਨਾਂ ਦੀ ਖਰੀਦ ਜਿਹੜੀ ਗੌਰਮੈਂਟ ਕਰੇ, ਗੌਰਮੈਂਟ ਹੀ ਉਹਨਾਂ ਦੀ ਸਟੋਰੇਜ ਕਰੇ। ਅਤੇ ਜੇ ਨਹੀਂ ਹੁੰਦਾ ਅਤੇ ਉਹਦੇ ਨਾਲ ਫਿਰ ਇਹ ਹੋਏਗਾ ਕਿ ਜਿਨ੍ਹਾਂ ਦੀ ਹੁਣ ਜਿਹੜਾ ਕਰਜ਼ੇ ਦੀ ਪ੍ਰੋਬਲਮ ਬੜੀ ਜੈਨੂਅਨ ਪ੍ਰੋਬਲਮ ਹੈ। ਹੁਣ ਕਈ ਲੋਕ ਇਹ ਵੀ ਕਹਿ ਰਹੇ ਨੇ ਜੀ ਫਾਰਮਰ ਜੀ ਲੈ ਕੇ ਵਿਆਹ ਕਰ ਲੈਂਦਾ ਜੀ, ਉਹ ਖਰਚਾ ਬੜਾ ਕਰਦਾ। ਆਫਟਰ ਹੀ ਇਜ਼ ਅ ਹਿਊਮਨ ਬੀਇੰਗ, ਉਹਨੇ ਵੀ ਆਪਣੇ ਖਰਚੇ ਕਰਨੇ ਹੀ ਨੇ। ਇਹ ਕੋਈ ਕਾਰਨ ਨਹੀਂ ਹੈਗਾ। ਉਹਦੀ ਆਮਦਨੀ ਘੱਟ ਆ, ਉਹਦੀ ਯੀਲਡ ਹੀ ਘੱਟ ਆ। 2 ਫਸਲਾਂ 'ਤੇ ਡਿਪੈਂਡ ਕਰਨ ਡਿਆ, ਉਹ ਕਣਕ ਅਤੇ ਝੋਨੇ 'ਤੇ। ਜਿਹੜੀਆਂ ਫਸਲਾਂ ਪੇਇੰਗ ਨੇ ਉਹਨਾਂ ਦੀ ਉਹਨੂੰ ਅਨਸਰਟਨਟੀ ਆ, ਪਤਾ ਨਹੀਂ ਉਹ ਵਿਕਣੀਆਂ ਨੇ ਕਿ ਨਹੀਂ ਵਿਕਣੀਆਂ। ਜੇ ਉਹ ਅਸ਼ੋਰੈਂਸ ਪੈਦਾ ਹੋ ਜਾਏ ਕਿ ਉਹ ਚੀਜ਼ਾਂ ਵਿਕਣਗੀਆਂ ਅਤੇ ਨੈਚੁਰਲੀ ਉਹਦੀ ਹਾਲਤ ਜਿਹੜੀ ਆਪਣੇ ਆਪ ਠੀਕ ਹੋ ਸਕਦੀ। ਹਾਂਜੀ ਬਿਲਕੁਲ ਜੀ। ਸਰਕਾਰਾਂ ਜਾਂ ਲੀਡਰ ਵੀ ਇਹ ਕਹਿ ਕੇ ਪੱਲਾ ਝਾੜ ਦਿੰਦੇ ਆ ਕਿ ਕਿਸਾਨ ਜਿਹੜੇ ਆ ਉਹ ਗੱਡੀਆਂ ਲੈ ਲੈਂਦੇ, ਵਿਆਹ ਕਰ ਲੈਂਦੇ ਆ। ਕਿ ਉਹਨਾਂ ਦਾ ਦਿਲ ਨਹੀਂ ਕਰਦਾ ਜੇ ਮੰਨ ਲਓ ਇੱਕ ਛੋਟੀ ਜਿਹੀ ਦੁਕਾਨ ਚਲਾਉਣ ਵਾਲਾ ਜਿਹੜਾ ਬਿਜ਼ਨਸਮੈਨ ਆ, ਉਹ ਫੋਰਚੂਨਰ 'ਤੇ ਘੁੰਮ ਰਿਹਾ, ਅਤੇ ਕਿਸਾਨ ਜਿਹੜੀ 10-20 ਕਿੱਲੇ ਪੈਲੀ ਆ, ਉਹਦਾ ਵੀ ਤਾਂ ਦਿਲ ਕਰਦਾ ਕਿ ਉਹ ਵਧੀਆ ਲਾਈਫ। ਉਹ ਕੋਈ ਆਰਗੂਮੈਂਟ ਬਿਲਕੁਲ ਹੀ ਲੌਜੀਕਲ ਨਹੀਂ ਹੈਗਾ। ਉਹਦੀ ਜਿਹੜੀ ਕਰਜ਼ੇ ਲੈਣ ਦੀ ਜਿਹੜੀ ਪੋਜੀਸ਼ਨ ਆ, ਉਹ ਹੋਰਨਾਂ ਕਾਰਨਾਂ ਕਰਕੇ ਜਿਹੜੀ ਆ ਪ੍ਰਭਾਵਿਤ ਆ। ਉਹਨਾਂ ਕਾਰਨਾਂ ਨੂੰ ਦੂਰ ਕਰਨ ਦੀ ਬਜਾਏ ਤੁਸੀਂ ਜਿਹੜੇ ਆ ਇੱਦਾਂ ਦੇ ਕਹਿ ਦਿਓ ਜੀ ਉਹ ਸ਼ਰਾਬ ਪੀ ਲੈਂਦਾ, ਲੈ ਕੇ ਕਰਜ਼ਾ ਲੈ ਕੇ ਉਹ ਇਕਰਾਰ ਲੈ ਲੈਂਦਾ ਜੀ, ਉਹ ਮੋਟਰਸਾਈਕਲ ਲੈ ਲੈਂਦਾ। ਉਹ ਇੱਦਾਂ ਦੀਆਂ ਗੱਲਾਂ ਕੋਈ ਜਿਹੜੀਆਂ ਨੇ ਉਹ ਲੌਜੀਕਲ ਨਹੀਂ ਹੈਗੀਆਂ। ਉਹ ਤਾਂ ਐਵੇਂ ਇੱਕ ਭਾਸ਼ਣ ਦਾ ਵਿਸ਼ਾ ਹੀ ਹੈਗੀਆਂ ਨੇ। ਬਿਲਕੁਲ ਜੀ। ਅਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਦੋਂ ਕਿ ਤੁਸੀਂ ਕਿਹਾ ਕਿ ਵਾਰ-ਵਾਰ ਇਹ ਗੱਲ ਵੀ ਉੱਠਦੀ ਆ ਕਿਸਾਨਾਂ ਦੀ ਹਾਲਤ ਸੁਧਾਰੀ ਜਾਵੇ, ਕਿਉਂਕਿ ਵੱਡੀ ਇੱਕ ਜਿਹੜੀ ਆ ਇੰਪਲੋਇਮੈਂਟ ਦਾ ਸਾਧਨ ਹੀ ਖੇਤੀ ਆ, ਅਤੇ ਇੱਥੇ ਸਰਕਾਰਾਂ ਜੇ ਇਸ ਤਰ੍ਹਾਂ ਹੀ ਰਹਿੰਦੀਆਂ ਮੰਨ ਲਓ, ਅਤੇ ਅਸੀਂ ਕੀ ਫਿਊਚਰ ਗਿਣ ਸਕਦੇ ਹਾਂ ਜਿਹੜਾ ਪੰਜਾਬ ਦੀ ਇਕੋਨਮੀ ਦਾ ਐਜ਼ ਵੈਲ ਐਜ਼ ਜਿਹੜੀ ਇੰਡੀਆ ਦੀ ਇਕੋਨਮੀ ਦਾ? ਨਹੀਂ, ਮੈਂ ਇਹ ਨਹੀਂ ਕਿਹਾ ਕਿ ਜਿਹੜੀ ਖੇਤੀਬਾੜੀ ਆ ਇਹੋ ਹੀ ਇਕੱਲੀ ਇੰਪਲੋਇਮੈਂਟ ਜਨਰੇਟ ਕਰ ਸਕਦੀ ਹੈ। ਮੈਂ ਸਗੋਂ ਇਹਦੇ ਉਲਟ ਕਿਹਾ। ਮੈਂ ਇਹ ਕਿਹਾ ਆ ਕਿ ਤੁਸੀਂ ਹੁਣ ਜਿਸ ਤਰ੍ਹਾਂ ਕੈਨੇਡਾ, ਅਮਰੀਕਾ, ਉਹਨਾਂ 'ਚ 3% ਲੋਕ, ਜਰਮਨੀ 3% ਲੋਕ ਖੇਤੀ ਕਰਦੇ ਆ, ਅਤੇ ਬਾਕੀ ਸਾਰੇ ਇੰਡਸਟਰੀ ਜਾਂ ਸਰਵਿਸਿਜ਼ 'ਚ ਲੱਗੇ ਆ। ਇੰਡੀਆ ਦੇ 60% ਜਾਂ ਪੰਜਾਬ ਦੇ ਵਿੱਚ ਵੀ 50% ਉੱਤੇ ਜਿਹੜੇ ਲੋਕ ਖੇਤੀ ਕਰਨ ਰਹੇ ਨੇ। ਲੋੜ ਇਹ ਖੇਤੀ ਤੋਂ ਹਟਾ ਕੇ ਉਹਨਾਂ ਨੂੰ ਉਦਯੋਗਾਂ 'ਚ ਲਾਇਆ ਜਾਏ। ਜਿਹੜੇ ਮੁਲਕ ਦੇ ਉਦਯੋਗ ਡਿਵੈਲਪ ਨਹੀਂ ਹੋਣਗੇ, ਨਾ ਉੱਥੇ ਇੰਪਲੋਇਮੈਂਟ ਪ੍ਰਮੋਟ ਹੋ ਸਕਦੀ ਆ, ਨਾ ਉੱਥੇ ਪ੍ਰੋਸਪੈਰਿਟੀ ਆ ਸਕਦੀ ਆ। ਇਹਦੇ ਕਈ ਕਾਰਨ ਨੇ। ਵੇਖੋ, ਮੈਂ ਸ਼ਾਰਟਕੱਟ ਜੇ ਤੁਹਾਡੇ ਕੋਲ ਸਮਾਂ ਹੋਏ ਤਾਂ ਤੁਹਾਨੂੰ ਦੱਸਣਾ। ਉਹਦੇ 'ਚ ਇਹ ਹੁੰਦਾ ਆ ਕਿ ਜਿਹੜੀ ਇੰਡਸਟਰੀ ਦੀ ਡਿਮਾਂਡ ਬੜੀ ਆ। ਇਹ ਕਮਰੇ 'ਚ 2 ਪੱਖੇ ਲੱਗੇ ਨੇ, 2 ਵਿੱਚ ਇੱਕ ਹੋਰ ਵੀ ਲੱਗ ਸਕਦਾ, ਕੂਲਰ ਲੱਗ ਸਕਦਾ। ਉਹ ਤੋਂ ਬਾਅਦ ਹੋਰ ਵੀ ਜੇ ਗਰਮੀ ਮਹਿਸੂਸ ਕਰਦੇ ਹੋ ਏਅਰ ਕੰਡੀਸ਼ਨ ਲੱਗ ਸਕਦਾ। ਇਸ ਸਾਲ ਤੋਂ ਬਾਅਦ 4 ਸਾਲ ਬਾਅਦ ਏਅਰ ਕੰਡੀਸ਼ਨ ਬਦਲਣਾ ਪੈ ਸਕਦਾ।
ਜਿਹੜੀ ਇੰਡਸਟਰੀ ਡਿਮਾਂਡ ਹੈ ਅਨਲਿਮਟਿਡ ਆ, ਜਿਹੜੀ ਖੇਤੀ ਦੀ ਖਾਣਾ ਦਾਣਾ ਹੈ ਉਹ ਤੁਹਾਡਾ ਅਨਲਿਮਟਿਡ ਆ। ਤੁਸੀਂ ਆਪਣੀ ਫਿਜ਼ੀਕ ਦੇ ਉੱਤੇ ਡਿਪੈਂਡ ਕਰਦੇ ਹੋ। ਇਹ ਨਹੀਂ ਵੀ ਤੁਸੀਂ ਜੇ ਕਣਕ ਸਸਤੀ ਹੋ ਗਈ ਤਾਂ ਹੁਣ ਚਲੋ ਜੀ ਰੋਟੀਆਂ ਹੀ ਖਾਈ ਜਾਓ ਸਾਰਾ ਦਿਨ, ਇੱਦਾਂ ਦੀ ਕਹਾਣੀ ਨਹੀਂ ਹੈਗੀ। ਸੋ ਇਸ ਕਰਕੇ ਜਿਹੜੀ ਇਹ ਹੈਗੀ ਹੈ ਨਾ, ਖੇਤੀ ਦੀ ਡਿਮਾਂਡ ਲਿਮਟਿਡ ਹੋਣ ਕਰਕੇ ਖੇਤੀ ਦੇ ਵਿੱਚ ਇੰਪਲਾਇਮੈਂਟ ਦੇ ਮੌਕੇ ਘੱਟ ਰਿਹਾ, ਪਰ ਇੰਡਸਟਰੀ ਦੇ ਵਿੱਚ ਇੰਪਲਾਇਮੈਂਟ ਦੇ ਮੌਕੇ ਬੜੇ ਆ। ਜਿੰਨੇ ਵੀ ਦੁਨੀਆ ਦੇ ਡਿਵੈਲਪਡ ਕੰਟਰੀ ਆ, ਜਰਮਨੀ ਆ, ਜਾਪਾਨ ਆ, ਇੰਗਲੈਂਡ ਆ, ਅਮਰੀਕਾ ਆ, ਕੈਨੇਡਾ ਆ, ਇਹ ਸਾਰੇ ਇੰਡਸਟਰੀਅਲ ਕੰਟਰੀ ਆ। ਸੋ ਇੱਥੇ ਸਾਡੀ ਇਹ ਪ੍ਰੋਬਲਮ ਇੱਕ ਰਹਿ ਗਈ ਆ ਕਿ ਜਿਹੜੀ ਇੰਡਸਟਰੀ ਆ ਨਾ ਸਾਡੀ, ਉਹ ਡਿਵੈਲਪ ਨਹੀਂ ਹੋ ਸਕੀ। ਉਹਦੇ ਕਾਰਨ ਜਿਨ੍ਹਾਂ ਚਿਰ ਆਪਾਂ ਪਹਿਲਾਂ ਡਿਸਕਸ ਕੀਤਾ ਕਿ ਗੌਰਮੈਂਟ ਦੀ ਪਾਲਿਸੀ ਵੀ ਜ਼ਿੰਮੇਵਾਰ ਆ। ਸਾਡੀ ਹੁਣ ਪੰਜਾਬ ਜਿਹੜਾ ਇਹਦੀ ਸਿਚੁਏਸ਼ਨ ਇਹ ਵੀ ਬਣ ਗਈ ਕਿ ਇਹਦੀਆਂ ਜਿਹੜੀਆਂ ਬੰਦਰਗਾਹਾਂ ਨੇ 1500 ਕਿਲੋਮੀਟਰ ਦੂਰ ਨੇ, ਰਾਮਡੀਲ ਜਿਹੜਾ 1200 ਕਿਲੋਮੀਟਰ ਦੂਰ ਆ, ਲੋਹਾ ਤੇ ਕੋਲਾ ਜਿਹੜਾ। ਸੋ ਇਹ ਵੀ ਪ੍ਰੋਬਲਮ ਬਣ ਗਈਆਂ। ਇੱਧਰੋਂ ਪਾਕਿਸਤਾਨ ਜਿਹੜਾ ਬਿਲਕੁਲ ਲਾਗੇ, ਉੱਥੇ ਅਸੀਂ ਵਪਾਰ ਕਰ ਹੀ ਨਹੀਂ ਸਕਦੇ, ਉਹਦੀਆਂ ਪੋਲੀਟੀਕਲ ਰੀਜ਼ਨ ਹੈਗੇ ਆ। ਸੋ ਇਸ ਕਰਕੇ ਜਿਹੜਾ ਹੈਗਾ ਨਾ ਆਪਣਾ ਇੰਡਸਟਰੀ ਜਿੰਨਾ ਚਿਰ ਨਹੀਂ ਵੱਧਦੀ ਉਹਨਾਂ ਚਿਰ ਤੱਕ ਇੰਪਲਾਇਮੈਂਟ ਜਾਂ ਪ੍ਰੋਸਪੈਰਿਟੀ ਦਾ ਆਉਣਾ ਜਿਹੜਾ ਸੰਭਵ ਨਹੀਂ ਹੈਗਾ। ਇੱਥੇ ਚਲੋ ਸਰਕਾਰ ਤੇ ਜਿਸ ਤਰ੍ਹਾਂ ਨੀਤੀਆਂ ਕਰਦੀ ਹੈ ਉਹਨਾਂ ਤੇ ਅਸੀਂ ਬਹੁਤਾ ਕੰਟਰੋਲ ਨਹੀਂ ਕਰ ਸਕਦੇ, ਤੇ ਗੱਲ ਕਰ ਸਕਦੇ ਹਾਂ ਜਾਂ ਕ੍ਰਿਟਿਸਿਜ਼ਮ ਕਰ ਸਕਦੇ ਹਾਂ, ਪਰ ਕਿਤੇ ਨਾ ਕਿਤੇ ਕਿਸਾਨਾਂ ਨੂੰ ਵੀ ਇਹ ਗੱਲ ਜਿਹੜੀ ਸਮਝਾਉਣੀ ਜਾਂ ਸਰਕਾਰ ਵੱਲੋਂ ਬਣਦੀ ਹੈ ਕਿ ਮੰਨ ਲਓ ਇੱਕ ਕਿਸਾਨ ਦੇ 4 ਬੇਟੇ ਤੋਂ ਕੋਈ 10 ਕਿੱਲੇ ਪੈਲੀ ਹੈ, ਤੇ ਉਹ ਤੇ ਇੱਕ ਜਣਾ ਵੀ ਵਾਹ ਸਕਦਾ, ਬਾਕੀ ਹੋਰ ਕੋਈ ਕੰਮ ਸਿੱਖਣ, ਪਰ ਉਹ 4 ਕਿੱਲਿਆਂ ਨੂੰ 10 ਕਿੱਲਿਆਂ ਨੂੰ ਵਾਹੁੰਦੇ ਉਹ ਕੋਈ ਕੰਮ ਸਿੱਖਦੇ ਹੀ ਨਹੀਂ। ਤੇ ਜਦੋਂ ਅੱਡ ਹੋ ਜਾਂਦੇ ਫਿਰ ਉਹ 2.5 ਕਿੱਲੇ ਰਹਿ ਗਈ ਤੇ ਉਹਨਾਂ ਨੂੰ ਕੋਈ ਕੰਮ ਵੀ ਨਹੀਂ ਆਇਆ ਉਦੋਂ। ਬਿਲਕੁਲ, ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਨਾ, ਇਹਨੂੰ ਸ਼ਿਫਟ ਕਰਨਾ ਪਏਗਾ। ਇੱਕ ਤੁਹਾਨੂੰ ਮੈਂ ਥੋੜ੍ਹੀ ਜਿਹੀ ਇੰਟਰਸਟਿੰਗ ਐਗਜ਼ਾਮਪਲ ਦੱਸਣਾ। ਸਭ ਤੋਂ ਪਹਿਲਾਂ ਸਾਰੀ ਦੁਨੀਆ ਦੇ ਮੁਲਕ ਜਿਹੜੇ ਉਹ ਖੇਤੀਬਾੜੀ ਵਾਲੇ ਦੇਸ਼ ਸਨ। ਸਭ ਤੋਂ ਪਹਿਲਾਂ ਇੰਡਸਟਰੀ ਇੰਗਲੈਂਡ 'ਚ ਵਧੀ ਸੀ। ਇੰਗਲੈਂਡ ਦੇ ਜਿਉਂ-ਜਿਉਂ ਇੰਡਸਟਰੀ ਵੱਧਦੀ ਗਈ, ਪਾਪੂਲੇਸ਼ਨ ਘਟਦੀ ਗਈ, ਖੇਤੀ ਤੋਂ ਘਟਦੀ ਗਈ। ਸਾਡੀ ਪ੍ਰੋਬਲਮ ਇਹ ਰਹੀ ਆ ਕਿ 1947 ਦੇ ਵਿੱਚ ਹਿੰਦੁਸਤਾਨ ਦੀ 75% ਆਬਾਦੀ ਖੇਤੀ 'ਤੇ ਨਿਰਭਰ ਕਰਦੀ ਸੀ, ਜਿਹੜੀ ਹੁਣ 60% ਆ। ਪਰ ਦੂਜੇ ਪਾਸੇ ਹੁਣ ਉਹ ਜਿਹੜੀ ਉਦੋਂ ਪਾਪੂਲੇਸ਼ਨ ਨਿਰਭਰ ਕਰਦੀ ਹੁਣ ਉਹ 3 ਗੁਣਾ ਵੱਧ ਗਈ। ਉਹਦੇ ਪ੍ਰਪੋਰਸ਼ਨ ਦੀ ਗੱਲ ਆ ਨਾ ਵੀ 75 ਤੋਂ 60 ਆ ਗਈ ਆ, ਅਤੇ ਜਿਹੜੀ ਅਬਸੋਲੂਟ ਗਿਣਤੀ ਆ ਉਹ ਕਿਨੋਂ 3 ਗੁਣਾ ਜ਼ਿਆਦਾ ਹੋ ਗਈ ਆ। ਉਹ 3 ਗੁਣਾ ਤੁਸੀਂ ਲਾ ਲਓ ਵੀ ਜਿਹੜੀ ਜ਼ਮੀਨ ਵੰਡ ਕੇ ਛੋਟੀ ਹੁੰਦੀ ਜਾ ਰਹੀ ਹੈ। ਹੁਣ ਤੁਸੀਂ ਇਹ ਕਹਿ ਲਿਓ ਇਹ ਫਿਜ਼ੀਕਲ ਫੈਕਟਰ ਆ, ਇਹਨੂੰ ਤੁਸੀਂ ਕਹੋ ਜੀ ਇਹ ਕੋਈ ਵੀ ਤੁਸੀਂ 2 ਏਕੜ ਵਾਲਾ ਜਿਹੜਾ ਉਹ 10 ਏਕੜ ਦਾ ਮੁਕਾਬਲਾ ਕਰ ਸਕੇ, ਨਹੀਂ ਕਰ ਸਕਦਾ। ਲੈਂਡ ਬੜਾ ਵੱਡਾ ਫੈਕਟਰ ਆਫ ਪ੍ਰੋਡਕਸ਼ਨ ਹੈ। ਸੋ ਪਾਪੂਲੇਸ਼ਨ ਨੂੰ ਸ਼ਿਫਟ ਹੋਣਾ ਪਏਗਾ, ਨਹੀਂ ਤੇ ਇਹ ਜਿਹੜਾ ਨਿਰੇ ਤੁਸੀਂ ਜੇ ਕਹੋ ਐਗਰੀਕਲਚਰ ਹੀ ਜਨਰੇਟ ਕਰਦੇ ਕਿ ਇੰਪਲਾਇਮੈਂਟ ਉਹ ਨਹੀਂ ਕਰ ਸਕਦੇ। ਤੇ ਸਾਨੂੰ ਸ਼ਾਰਟ 'ਚ ਥੋੜ੍ਹਾ ਜਿਹਾ ਸੁਝਾਅ ਜਿਸ ਤਰ੍ਹਾਂ ਅਸੀਂ ਆਪਣੇ ਮਾਧਿਅਮ ਰਾਹੀਂ ਸਰਕਾਰ ਨੂੰ ਜਾਂ ਤੁਸੀਂ ਦੇ ਸਕਦੇ ਹੋ, ਤੇ ਇੰਸਟੈਂਟ ਕੀ ਕਦਮ ਚੁੱਕੇ ਜਾਣ ਕੇ ਉਹ ਥੋੜ੍ਹਾ ਸੁਧਾਰ ਹੋ ਸਕੇ। ਮੈਂ ਤੇ ਬੜੀ ਵਾਰੀ ਆਰਟੀਕਲ ਵੀ ਲਿਖੇ ਆ, ਮੈਂ ਬੋਲਿਆ ਵੀ ਆ, ਮੈਂ ਸੈਮੀਨਾਰਾਂ 'ਚ ਵੀ ਗੱਲ ਕੀਤੀ ਆ। ਪਿਛਲੇ ਲੁਧਿਆਣੇ 2 ਸਾਲ ਹੋਏ ਨੇ ਮੀਟਿੰਗ ਹੋਈ ਸੀ ਐਗਰੀਕਲਚਰ ਨਵੀਂ ਪਾਲਿਸੀ ਬਣਾਉਣ ਦੀ। ਪਤਾ ਨਹੀਂ, ਮੈਂ ਤਾਂ ਸਮਝਦਾ ਸ਼ਾਇਦ ਮੇਰੇ ਸੁਜੈਸ਼ਨ ਹੀ ਉਹਨਾਂ ਮੰਨ ਲਏ ਨੇ, ਪਰ ਉਹ ਸੁਜੈਸ਼ਨ ਹੋਰਨਾਂ ਲੋਕਾਂ ਦੇ ਹੋਣਗੇ। ਅਸੀਂ ਇਹ ਸੁਜੈਸ਼ਨ ਦਿੰਦੇ ਹਾਂ ਵੀ ਪੰਜਾਬ ਗੌਰਮੈਂਟ ਜੇ ਸੈਂਟਰ ਗੌਰਮੈਂਟ ਨਹੀਂ ਅੱਗੇ ਆਉਂਦੀ ਅਤੇ ਪੰਜਾਬ ਗੌਰਮੈਂਟ ਕੁਝ ਹੋਰ ਚੀਜ਼ਾਂ ਨੂੰ ਆਪਣੇ ਘੇਰੇ 'ਚ ਲਿਆਏ। ਉਹ ਕਹੇ ਜੀ ਅਸੀਂ ਆਖਿਆ ਹਾਂ ਇਹ 'ਚ ਜ਼ੋਨਲ ਸਿਸਟਮ ਵੀ ਬਣ ਸਕਦੇ ਆ। ਉਹ ਕਹਿਣ ਜੀ ਅਸੀਂ ਬਠਿੰਡੇ ਮਾਲਵੇ ਏਰੀਏ ਦੇ ਵਿੱਚ ਤੇਲਾਂ ਦੇ ਬੀਜ ਵੀ ਖਰੀਦ ਲਾਂਗੇ, ਦਾਲਾਂ ਵੀ ਖਰੀਦ ਲਾਂਗੇ। ਅਸੀਂ ਜਲੰਧਰ ਅਤੇ ਗੁਰਦਾਸਪੁਰ ਦੇ ਵਿੱਚ ਅਸੀਂ ਗੰਨਾ ਖਰੀਦ ਲਾਂਗੇ। ਅਸੀਂ ਗੌਰਮੈਂਟ ਜਿਹੜੀ ਹੈ ਨਾ ਉਹ ਆਪ ਅੱਗੇ ਆਏ। ਇਸ ਵੇਲੇ ਸ਼ਾਇਦ ਤੁਹਾਨੂੰ ਹੋਰ ਦੱਸੀਏ, ਸਾਰੇ 23 ਚੀਜ਼ਾਂ ਨੇ ਜਿਨ੍ਹਾਂ ਦਾ ਗੌਰਮੈਂਟ ਅਨਾਊਂਸ ਕਰਦੀ ਹੈ ਕੀਮਤਾਂ ਹਰ ਸਾਲ, ਪਰ ਖਰੀਦੀ ਜਾਂਦੀ ਜਾਂ ਕਣਕ ਅਤੇ ਜਾਂ ਝੋਨਾ, ਹੋਰ ਤੀਜੀ ਫਸਲ ਨਹੀਂ ਖਰੀਦੀ। ਉਹ ਵੀ ਉਹਨਾਂ ਸਟੇਟਾਂ 'ਚ ਜਿਹਨਾਂ 'ਚ ਜ਼ਿਆਦਾ ਆ, ਪੰਜਾਬ, ਹਰਿਆਣਾ, ਯੂਪੀ, ਮੱਧ ਪ੍ਰਦੇਸ਼ 'ਚ। ਇਸ ਕਰਕੇ ਹੋਰ ਚੀਜ਼ਾਂ ਨੂੰ ਜਦੋਂ ਗੌਰਮੈਂਟ ਖਰੀਦੇਗੀ, ਆਪ ਪ੍ਰੋਸੈਸ ਕਰਾਏਗੀ, ਉਹਦੇ ਵਿੱਚ ਕਿਸਾਨਾਂ ਦਾ ਹਿੱਸਾ ਬਣਾਏ, ਜਿਹਦੇ ਵਾਸਤੇ ਢੰਗ ਹੈਗੇ ਨੇ। ਜਿੱਦਾਂ ਡੇਅਰੀ 'ਚ ਬਣਿਆ, ਡੇਅਰੀ ਜਿਹੜਾ ਫਾਰਮਰ ਦੁੱਧ ਪਿੰਡ ਵੇਚ ਲੈਂਦਾ, ਜਿਹੜਾ ਦੁੱਧ ਐਕਸਪੋਰਟ ਕਰਦਾ ਉਹਦੇ 'ਚ ਉਹਦਾ ਹਿੱਸਾ ਆ। ਇੱਦਾਂ ਦੀਆਂ ਜਿਹੜੀਆਂ ਨੀਤੀਆਂ ਨੇ, ਇੱਦਾਂ ਦੇ ਜਿਹੜੇ ਮਾਡਲ ਨੇ ਉਹਨਾਂ ਨੂੰ ਅੱਗੇ ਲਿਆਂਦਾ ਜਾਏ। ਸੋ ਉਹਦੇ ਨਾਲ ਇਹ ਜਿਹੜੀ ਹਾਲਤ ਆ ਇਹਨਾਂ ਦੀ ਕੁਝ ਬਿਹਤਰ ਹੋ ਸਕਦੀ ਆ। ਇਹਦੇ ਵਾਸਤੇ ਜਿਹੜੇ ਆ ਨਾ, ਇਹ ਕੋਈ ਬੜੇ ਵੱਡੇ ਆ, ਉਹ ਬਹੁਤ ਔਖੇ ਕੰਮ ਨਹੀਂ ਹੈਗੇ। ਪਤਾ ਨਹੀਂ ਇਹਨਾਂ ਨੂੰ ਗੌਰਮੈਂਟ ਕਿਉਂ ਨਹੀਂ ਇਨੀਸ਼ੀਏਟਿਵ ਲੈ ਰਹੀ, ਜਾਂ ਕੀ ਉਹਨਾਂ ਦੀਆਂ ਲਿਮੀਟੇਸ਼ਨਸ ਨੇ, ਅਤੇ ਜਾਣਦੇ ਹਾਂ ਕਿਉਂਕਿ ਇਹ ਵੀ ਲਿਮੀਟੇਸ਼ਨ ਹੁੰਦੀਆਂ ਨੇ ਵੀ ਇੰਨੀ ਸਟੋਰੇਜ ਦੀ, ਇੰਨੀ ਪ੍ਰੋਬਲਮ। ਪਰ ਇਹ ਸਾਰੀਆਂ ਜਿਹੜੀਆਂ ਯੂਜ਼ਫੁਲ ਕਮੋਡਿਟੀਜ਼ ਨੇ, ਉਹਨਾਂ ਦੀ ਨਾ ਮਾਰਕੀਟਿੰਗ ਦੀ ਪ੍ਰੋਬਲਮ ਆ, ਨਾ ਉਹਨਾਂ ਦੀ ਸੇਲ ਦੀ ਕਾਂ ਪ੍ਰੋਬਲਮ ਆ। ਉਹ ਇਹ ਸਾਰੀਆਂ ਵਿਕਣੀਆਂ ਹੁੰਦੀਆਂ ਨੇ। ਅਤੇ ਪਿੱਛੇ ਗੌਰਮੈਂਟ ਨੇ ਜਿਹੜਾ ਐਗਰੋ ਇੰਡਸਟਰੀ ਦੇ ਥਰੂ ਥੋੜ੍ਹਾ ਬਹੁਤਾ ਸ਼ੁਰੂ ਕੀਤਾ ਸੀ, ਉਹ ਵੀ ਬਾਅਦ 'ਚ ਇਹਨਾਂ ਬੰਦ ਕਰ ਦਿੱਤਾ। ਸੋ ਇਸ ਕਰਕੇ ਇਹ ਪਾਲਿਸੀਜ਼ ਜਿਹੜੀਆਂ ਅਸ਼ੋਰਡ ਮਾਰਕੀਟ ਪੈਦਾ ਕਰਦੀਆਂ ਨੇ, ਉਹਨਾਂ ਨੂੰ ਅਡਾਪਟ ਕਰਨ ਵਾਸਤੇ ਜੋ ਕੁਝ ਵੀ ਹੋ ਸਕਦਾ ਉਹ ਪੰਜਾਬ ਗੌਰਮੈਂਟ ਨੂੰ
ਜੇ ਸਟੇਟ ਸੈਂਟਰ ਗਵਰਨਮੈਂਟ ਨਹੀਂ ਨਾਲ ਕੋਲੈਬੋਰੇਟ ਕਰਦੀ ਤਾਂ ਇਕੱਲੀ ਪੰਜਾਬ ਗਵਰਨਮੈਂਟ ਆਪਣੇ ਤੌਰ ਦੇ ਉੱਤੇ ਉਹਨਾਂ ਚੀਜ਼ਾਂ ਵਾਸਤੇ ਜਿਹੜੀਆਂ ਪੰਜਾਬ ਦੀਆਂ ਸਪੈਸੀਫਿਕ ਪ੍ਰੋਡਕਟਸ ਨੇ ਉਹਨਾਂ ਨੂੰ ਖਰੀਦਣ ਵਾਸਤੇ ਆਪ ਇੰਤਜ਼ਾਮ ਕਰੇ। ਸੀਨਾ ਸਾਹਿਬ, ਤੁਸੀਂ ਬੜੀ ਵਧੀਆ ਤੇ ਜਾਣਕਾਰੀ ਭਰਪੂਰ, ਖੋਜ ਭਰਪੂਰ ਜਾਣਕਾਰੀ ਦਰਸ਼ਕਾਂ ਨੂੰ ਦਿੱਤੀ, ਸਾਡੇ ਨਾਲ ਸਾਂਝੀ ਕੀਤੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਦੋਸਤੋ, ਮੁੜ ਤੋਂ ਸਵਾਗਤ ਤੁਹਾਡਾ ਲੋਕ ਆਵਾਜ਼ ਲਾਈਵ ਵਿੱਚ। ਤੁਹਾਡੇ ਢੇਰ ਸਾਰੇ ਮੈਸੇਜ ਸੁਨੇਹੇ ਆ ਰਹੇ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪ੍ਰੋਗਰਾਮ ਨੂੰ ਪਸੰਦ ਕਰਦੇ ਹੋ, ਆਪਣੇ ਸੁਝਾਅ ਭੇਜਦੇ ਹੋ, ਸਾਡੀ ਖੁਸ਼ੀ ਦੂਣੀ ਹੋ ਜਾਂਦੀ ਹੈ, ਹੌਸਲਾ ਵੱਧਦਾ ਹੈ, ਆਕਸੀਜਨ ਦਾ ਕੰਮ ਕਰਦੇ ਨੇ ਤੁਹਾਡੇ ਸੁਨੇਹੇ, ਤੁਹਾਡੀਆਂ ਫੋਨ ਕਾਲਾਂ। ਹਮੇਸ਼ਾ ਇਸੇ ਤਰ੍ਹਾਂ ਜੁੜੇ ਰਿਹਾ ਕਰੋ। ਕਿਸੇ ਵੀ ਕਿਸਮ ਦੀ ਤੁਸੀਂ ਭਾਈਚਾਰੇ ਨਾਲ ਸੰਬੰਧਿਤ ਜਾਣਕਾਰੀ ਨਸ਼ਰ ਕਰਨੀ ਹੋਵੇ, ਸਾਂਝੀ ਕਰਨੀ ਹੋਵੇ, ਤਾਂ ਵੀ ਮੈਨੂੰ ਕਾਲ ਕਰਕੇ ਦੱਸ ਦਿਆ ਕਰੋ, ਟੈਕਸਟ ਮੈਸੇਜ ਕਰ ਦਿਆ ਕਰੋ। ਕੁਛ ਵੀ ਤੁਹਾਡੇ ਮਨ ਦੇ ਵਿੱਚ ਜ਼ਿਹਨ 'ਚ ਆਉਂਦਾ ਤਾਂ ਜ਼ਰੂਰ ਸਾਂਝਾ ਕਰਿਆ ਕਰੋ। ਔਰ ਕਾਫੀ ਹੱਦ ਤੱਕ ਬਿਜ਼ਨਸ ਦਿਨੀ ਦਿਨੀ ਖੁੱਲ੍ਹੇ ਹੋਏ ਨੇ। ਤੁਸੀਂ ਜਦ ਜਾਂਦੇ ਹੋ ਬਾਜ਼ਾਰ ਦੇ ਵਿੱਚ ਤਾਂ 6 ਫੁੱਟ ਦਾ ਫਾਸਲਾ ਜ਼ਰੂਰੀ ਰੱਖਿਆ ਕਰੋ, ਕਿਉਂਕਿ ਕੋਵਿਡ-19 ਦਾ ਖਤਰਾ ਅਜੇ ਟਲਿਆ ਨਹੀਂ। ਔਰ ਇਸ ਖਤਰੇ ਨੂੰ ਭਾਂਪਦੇ ਹੋਏ ਬਾਰ-ਬਾਰ ਤੁਹਾਨੂੰ ਹੱਥ ਧੋਣੇ ਜ਼ਰੂਰੀ ਨੇ। ਹੱਥ ਸੈਨੀਟਾਈਜ਼ ਕਰਿਆ ਕਰੋ। ਬਾਹਰ ਕਿਤੇ ਵੀ ਕਿਸੇ ਚੀਜ਼ ਨੂੰ ਟੱਚ ਕਰਦੇ ਹੋ ਤਾਂ ਸੈਨੀਟਾਈਜ਼ ਜ਼ਰੂਰ ਕਰਿਆ ਕਰੋ। ਪਰ ਮਾਸਕ ਲਾ ਕੇ ਕਿਸੇ ਵੀ ਸਟੋਰ ਵਿੱਚ, ਕਿਸੇ ਵੀ ਘਰ ਵਿੱਚ ਜਾਣਾ ਤਾਂ ਜ਼ਰੂਰੀ ਆ। ਕੁਛ ਇਕੱਤਰਾਵਾਂ ਦੇ ਉੱਤੇ ਸਰਕਾਰ ਨੇ ਇਕੱਤਰਤਾ ਕਰਨ ਉੱਤੇ ਛੋਟ ਦਿੱਤੀ ਹੈ, ਪਰ ਡਿਸਟੈਂਸ ਰੱਖਣਾ ਬਹੁਤ ਜ਼ਰੂਰੀ ਹੈ। ਔਰ ਨਾਲ ਦੀ ਨਾਲ ਵਿਟਾਮਿਨ ਸੀ ਵਗੈਰਾ ਦੀਆਂ ਗੋਲੀਆਂ ਕਹਿੰਦੇ ਚੰਗੀਆਂ ਹੁੰਦੀਆਂ ਨੇ, ਉਹ ਵੀ ਖਾ ਲਿਆ ਕਰੋ। ਔਰ ਜੇ ਕਿਧਰੇ ਤੁਹਾਨੂੰ ਲੱਛਣ ਨਜ਼ਰ ਆਉਂਦੇ ਨੇ ਕੋਵਿਡ ਦੇ, ਤਾਂ ਜ਼ਰੂਰ ਆਪਣੀ ਮੈਡੀਕਲ ਜਾਂਚ ਵੀ ਕਰਵਾਇਆ ਕਰੋ। ਔਰ ਰੀਅਲ ਸਟੇਟ ਦਾ ਕੋਈ ਵੀ ਤੁਹਾਡੇ ਮਨ ਵਿੱਚ ਸਵਾਲ ਆਉਂਦਾ ਹੈ, ਕੋਈ ਟ੍ਰਾਂਜੈਕਸ਼ਨ ਕਰਨੀ ਆ, ਤੁਹਾਡਾ ਘਰ ਕਿਤਨੇ ਵਿਕਦਾ, ਤੇ ਮੈਨੂੰ ਇਮੀਡੀਏਟ ਕਾਲ ਕਰ ਰਹੇ, ਮੈਂ ਤੁਰੰਤ ਤੁਹਾਡਾ ਘਰ ਵੇਚ ਦੇਣਾ ਹੈ। ਮੇਰੇ ਕੋਲ ਬਹੁਤ ਸਾਰੀਆਂ ਪ੍ਰਾਪਰਟੀਜ਼ ਨੇ, ਔਰ ਖਾਸ ਕਰਕੇ ਬਰੈਂਪਟਨ, ਮਿਸੀਸਾਗਾ, ਕੈਲੇਡਨ ਏਰੀਏ ਦੇ ਵਿੱਚ ਤੁਹਾਡੀ ਵਿੱਤ ਅਨੁਸਾਰ ਵੀ ਨੇ, ਤੇ ਬਹੁਤ ਵਧੀਆ ਪ੍ਰਾਪਰਟੀਆਂ। ਜੇ ਤੁਸੀਂ ਪਹਿਲੀ ਵਾਰੀ ਘਰ ਲੈ ਰਹੇ ਹੋ ਤਾਂ ਵੀ ਮੈਨੂੰ ਕਾਲ ਕਰ ਰਹੇ। ਬਹੁਤ ਸਾਰੇ ਇਨਸੈਂਟਿਵਸ ਪਹਿਲੀ ਵਾਰੀ ਘਰ ਲੈਣ ਵਾਲਿਆਂ ਵਾਸਤੇ ਹਨ। ਸੋ 416-319-0551 ਮੇਰਾ ਫ਼ੋਨ ਨੰਬਰ ਹੈ। ਔਰ hirarandhawa.com ਮੇਰੀ ਵੈਬਸਾਈਟ ਹੈ, ਉੱਤੇ ਚਲੇ ਜਾਇਓ। ਬਹੁਤ ਕੁਛ ਤੁਹਾਨੂੰ ਉਸ ਵੈਬਸਾਈਟ ਤੋਂ ਲੱਭ ਜਾਣਾ ਹੈ। ਸੋ ਦੋਸਤੋ, ਅਗਲੇ ਹਫਤੇ ਫਿਰ ਮਿਲਾਂਗੇ ਇੱਕ ਨਵਾਂ ਨਵੇਕਲਾ ਪ੍ਰੋਗਰਾਮ ਲੈ ਕੇ। ਇਨ ਦਾ ਮੀਨ ਟਾਈਮ ਮੇਰੇ ਨਾਲ ਸੰਪਰਕ ਕਰ ਲਿਓ। ਕੋਈ ਵੀ ਮਨ ਵਿੱਚ ਸਵਾਲ ਹੈ, ਜਵਾਬ ਹੈ, ਮੈਂ ਤੁਰੰਤ ਉਹਦਾ ਰਿਸਪੌਂਡ ਕਰਦਾ ਹਾਂ। ਔਰ ਇੱਕ ਹਫਤੇ ਮਗਰੋਂ ਮਿਲਾਂਗੇ ਜ਼ਰੂਰ। ਜੇ ਸਾਹਾਂ ਦੀ ਲੜੀ ਚੱਲਦੀ ਰਹੀ ਤਦ ਤੱਕ ਲਈ ਤੁਸੀਂ ਆਪ ਖੁਸ਼ ਰਿਹਾ ਕਰੋ। ਆਪਣੇ ਆਸੇ ਪਾਸੇ ਵਾਸਤੇ ਲੋਕਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਿਆ ਕਰੋ। ਕੋਈ ਇੰਸ਼ੋਰੈਂਸ ਦਾ ਪ੍ਰੋਡਕਟ ਲੈਣਾ ਵਾ ਲਾਈਫ ਤੇ, ਲਾਈਫ ਇੰਸ਼ੋਰੈਂਸ ਨਾਲ ਸੰਬੰਧਿਤ, ਤਾਂ ਮੈਨੂੰ ਕਾਲ ਕਰ ਲਿਓ। RESP, ਕੋਈ ਸੁਪਰ ਵੀਜ਼ਾ, ਡਿਸੇਬਿਲਟੀ ਲੈਣੀ ਆ ਤਾਂ ਵੀ ਮੈਂ ਕਰ ਦਿੰਦਾ ਵਾਂ। 416-319-0551। ਅਗਲੇ ਹਫਤੇ ਤੱਕ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ।